ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਜਾਗਰਈ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਮਾਈ ਭਾਈ ਸੰਗਤਾਂ ਸਜੇ ਹੋ ਜੀ ਆਇਆ, ਜਿਹਨੂੰ ਮਹਾਰਾਜ ਆਪਣੀ ਗੋਦੀ ਵਿੱਚ ਥਾਂ ਬਖਸ਼ਾ। ਸਭ ਤੋਂ ਮਹਿੰਗੀ ਥਾਂ ਹੈ ਸਤਿਗੁਰਾਂ ਦੇ ਕੋਲ ਬਹਿਣਾ। ਬਹੁਤ ਵੱਡੇ ਭਾਗਾਂ ਨਾਲ ਹੀ ਬੈਠਾ ਜਾਂਦਾ, ਨਹੀਂ ਤੇ ਆਪਾਂ ਵੇਖੋ ਜੀ
ਬਾਜ਼ਾਰਾਂ ਵਿੱਚ, ਹਸਪਤਾਲ ਵਿੱਚ, ਕਚਹਿਰੀ ਵਿੱਚ ਆਦਿਕ ਜਿਹੜੇ ਥਾਂ ਕਿੰਨਾ ਸਮਾਂ ਬਹੀਦਾ। ਕਈ ਵਾਰੀ ਸਵੇਰ ਤੋਂ ਸ਼ਾਮਾਂ ਤੱਕ ਵੀ ਬਹਿਣਾ ਪੈਂਦਾ, ਪਰ ਉੱਥੇ ਬਹਿ ਕੇ ਕੁਛ ਨਹੀਂ ਮਿਲਦਾ। ਸਿੱਖਾ ਗੁਰੂ ਕੋਲ 10-5 ਮਿੰਟ ਹੀ ਬਹਿ, ਤੈਨੂੰ ਬਹੁਤ ਕੁਝ ਮਿਲੇ। ਜੋ ਮੰਗਿਆ ਠਾਕੁਰ ਆਪਣੇ ਦੇ, ਸੋਈ ਸੋਈ ਦੇਵੈ। ਅੱਗੇ ਵੀ ਦਿੱਤਾ, ਬਹੁਤ ਕੁਝ ਦਿੱਤਾ, ਬਹੁਤ ਕੁਝ। ਇੱਕ ਆਇਆ, ਕਹਿੰਦੇ ਬਾਬਾ ਜੀ ਮੈਂ ਗਰੀਬ ਹਾਂ, ਅਰਦਾਸ ਕਰੋ, ਮੇਰੇ ਕੋਲ ਕੁਛ ਨਹੀਂ ਹੈ। ਮਹਾਂਪੁਰਖ ਹੱਸ ਪਏ, ਕਹਿੰਦੇ ਤੇਰੇ ਕੋਲ ਕੁਛ ਨਹੀਂ ਆ? ਕਹਿੰਦੇ ਤੂੰ ਤੇ ਕਰੋੜਾਂ ਦਾ ਹੈ। ਕਹਿੰਦੇ ਬਾਬਾ ਜੀ ਮਜ਼ਾਕ ਨਾ ਕਰੋ, ਮੈਂ ਗਰੀਬ, ਮੇਰੇ ਕੋਲ ਕੁਛ ਨਹੀਂ ਹੈ। ਕਹਿੰਦੇ ਇੱਦਾਂ ਕਰਦੇ ਆ, ਫਿਰ ਤੈਨੂੰ ਨਾ ਹਸਪਤਾਲ ਲਿਜਾ ਕੇ ਨਾ ਤੇਰਾ ਮੁਲਾਜ਼ਾ ਕਰਾ ਦੇਣਾ। ਕਹਿੰਦੇ ਉਹ ਕਿਉਂ? ਕਹਿੰਦੇ ਤੇਰੇ ਕਰੋੜਾਂ ਦੇ ਗੁਰਦੇ, ਕਿਡਨੀ ਹੈ, ਲੱਖਾਂ ਦੀਆਂ ਤੇਰੀਆਂ ਅੱਖਾਂ, ਇੱਕ ਨਾੜੀ ਤੇਰੀ ਲੱਖਾਂ ਦੀ। ਕਹਿੰਦਾ ਜੀ ਇਹ ਤਾਂ ਹੈ। ਫਿਰ ਮਾਰੇ ਕਹਿੰਦੇ ਤੂੰ ਕਿਉਂ ਕਿਹਾ ਮੈਂ ਗਰੀਬ ਹਾਂ? ਕਮਲਿਆ ਗਰੀਬ ਤੇ ਉਹ ਹੁੰਦਾ ਜਿਹਨੂੰ ਦਿਸੇ ਨਾ, ਜਿਹਦੀਆਂ ਲੱਤਾਂ ਖੜੋ ਗਈਆਂ ਹੋਣ, ਜਿਹਨੂੰ ਪ੍ਰਸ਼ਾਦਾ ਨਾ ਪਚਦਾ ਹੋਵੇ ਹੈ, ਤੇ ਉਹ ਫਿਰ ਚਰਨ ਖੜੇ ਹੁੰਦੇ। ਕਹਿੰਦੇ ਬਾਬਾ ਜੀ ਬਖਸ਼ ਲਓ। ਕਹਿੰਦੇ ਭਲਿਓ ਸ਼ੁਕਰ ਕਰਿਆ ਕਰ, ਜਿਹਦੇ ਹੱਥ ਪੈਰ ਚੱਲਦੇ, ਸਰੀਰ ਤੰਦਰੁਸਤ ਹੈ, ਉਹ ਬਾਦਸ਼ਾਹ ਏ। ਤੁਸੀਂ ਕਹੀ ਜਾਂਦੇ ਮੈਂ ਗਰੀਬ ਆ। ਮਿਹਨਤ ਕਰ, ਰਹਿਮਤ ਉਹਨੇ ਕਰਨੀ ਹੈ। ਤੋ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਬਿਨਾਂ ਮੰਗੇ ਬਹੁਤ ਕੁਝ ਦਿੱਤਾ, ਪਰ ਬੰਦਾ ਕਦਰ ਨਹੀਂ ਕਰਦਾ। ਆਓ ਮਹਾਰਾਜ ਦੇ ਸਰੂਪ ਦੇ ਅੰਗ 25 ਦੇ ਉੱਪਰ ਸ੍ਰੀ ਰਾਗ ਦੀ ਕਥਾ ਲੜੀਵਾਰ ਜੋ ਚੱਲ ਰਹੀ ਹੈ, ਸਤਿਗੁਰੂ ਸਿਰ ਤੇ ਹੱਥ ਰੱਖਾਂ। ਆਪ ਸੰਗਤਾਂ ਸੀਸ ਬਖਸ਼ਿਸ਼ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਪਹਿਲਾ ਰਾਗ 32 ਰਾਗਾਂ ਦਾ ਸਰਵਾਉ। ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ। ਸਾਰੇ ਆਖੋ ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਸੱਚੇ ਪਾਤਸ਼ਾਹ ਅੰਦਰ ਨੂੰ ਠੰਡ ਪੈਂਦੀ। ਹੁਣ ਜਿਵੇਂ ਜਿਵੇਂ ਆਪਾਂ ਬਾਣੀ ਪੜ੍ਹਨੀ ਛੱਡੀ ਜਾਂਦੇ, ਗੁਰੂ ਸਾਹਿਬ ਦਾ ਨਾਂ ਨਹੀਂ ਚੇਤੇ ਕਰਦੇ, ਅੰਦਰ ਕ੍ਰੋਧ ਪੈਦਾ ਹੋ ਰਿਹਾ, ਅੱਗ ਪੈਦਾ ਹੋ ਰਹੀ ਅੰਦਰ। ਉਹ ਅੱਗ ਜਿਹੜੀ ਹੈ ਨਾ, ਉਹ ਹੁਣ ਸਾਰੇ ਰਿਸ਼ਤੇ ਖਾਈ ਜਾਂਦੀ ਆ, ਕਿਉਂਕਿ ਅੱਗ ਦੇ ਵਿੱਚ ਜਿਹੜੀ ਵੀ ਚੀਜ਼ ਪੈ ਗਈ ਉਹਨੇ ਸਾੜ ਦੇਣੀ ਨਾ। ਇਸੇ ਤਰ੍ਹਾਂ ਹੁਣ ਸਾਰੇ ਭੈਣ ਭਰਾ, ਮਾਂ ਪਿਓ, ਸਾਰੇ ਰਿਸ਼ਤੇ ਨਾ ਅੰਦਰ ਦੀ ਅੱਗ ਦੇ ਵਿੱਚ। ਕੁਛ ਵੀ ਪਿਆਰ ਨਹੀਂ ਨਾ ਰਹਿੰਦਾ। ਹੁਣ ਨਾ ਮਾਂ ਹੀ ਪਿਆਰੀ ਲੱਗਦੀ, ਨਾ ਪਿਓ ਹੀ ਪਿਆਰਾ ਲੱਗਦਾ, ਨਾ ਦਾਦੀ ਪਿਆਰੀ ਲੱਗਦੀ, ਨਾ ਦਾਦਾ, ਨਾ ਪਰ ਭੈਣਾਂ ਹੀ ਚੰਗੀਆਂ ਲੱਗਦੀਆਂ, ਨਾ ਭਰਾ ਹੀ ਚੰਗਾ ਲੱਗਦਾ, ਤੇ ਨਾ ਗੁਰਦੁਆਰਾ ਹੀ ਚੰਗਾ ਲੱਗਦਾ, ਤੇ ਨਾ ਗੁਰੂ ਕਾ ਵਜ਼ੀਰ ਹੀ ਚੰਗਾ ਲੱਗਦਾ। ਇਹਨੂੰ ਚੰਗਾ ਲੱਗਦਾ ਹੀ ਮੋਬਾਇਲ। ਤੇ ਮੋਬਾਇਲ ਦੇ ਵਿੱਚ ਜਿਹੜੀ ਗੰਦਗੀ ਹੈ ਨਾ, ਉਹ ਚੰਗੀ ਲੱਗਦੀ। ਤਾਈਓ ਤਾਂ ਵੇਖੋ ਜੀ ਆਪਣਾ ਅੰਦਰ ਗਰਕ ਹੋ ਚੱਲਿਆ, ਬਹੁਤ ਬੁਰਾ ਹਾਲ ਹੋ ਜਾਣਾ ਹੋਰ ਅੱਗੇ ਜਾ ਕੇ। ਸੋ ਇਸ ਕਰਕੇ ਮਹਾਰਾਜ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਮਹਾਰਾਜ ਜੀ ਬਾਣੀ ਦੇ ਕੇ ਗਏ ਵੀ ਕਿਤੇ ਤੇਰਾ ਅੰਦਰ ਤਪਦਾ ਹੋਵੇ ਤੇ ਠੰਡਾ ਹੋ ਜਾਏ। ਸੋਏ ਸਲੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਬੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਇਹਨੇ ਗੁਰੂ ਦੇ ਦਰਸ਼ਨ ਕੀਤੇ ਤੇ ਅੰਦਰ ਠੰਡ ਪੈ ਗਈ, ਅੰਦਰ ਨਿਹਾਲ ਹੋ ਗਿਆ। ਹਾਂਜੀ, ਸੋ ਚੌਥੇ ਘਰ ਵਿੱਚ ਕਿਰਪਾ ਕਰਦੇ ਹਨ। ਕੀਤਾ ਕਹਾ ਕਰੇ ਮਨ ਮਾਨ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਕਹਾ, ਕਿ ਤੂੰ ਕਿਹਦਾ ਪੈਦਾ ਕੀਤਾ ਹੋਇਆ ਹੈ? ਪਰਮੇਸ਼ਰ ਦਾ। ਉਹਨੇ ਤੇਰਾ ਸਰੀਰ ਬਣਾਇਆ, ਤੈਨੂੰ ਅੱਖਾਂ ਲਾਈਆਂ। ਸੁਖਮਨੀ ਸਾਹਿਬ ਤਕਰੀਬਨ ਤੁਹਾਨੂੰ ਯਾਦ ਹੋਵੇਗਾ,
महाराज कहते रमैया के गुण चेत पुरानी। कहते परमेश्वर नूं चेते करदा ना, ते अगों बंदा कहता मैं क्यों करा, मैनू की दिता परमेश्वर ने है। ना मेरे को कोठी आ, ना मेरे को गड्डी आ, ना मेरे घर किते पक्का थां वा, ना जेब च पैसे ही आ। गुरु अर्जन साहब कहते बड़ा कुछ दिता ही। रमैया के गुण चेत पुरानी। कहते क्यों चेते करा, कहते कमन मूल ते कमन दृष्टानी। कहते तू किथों आया भला, कहते मैनू नहीं पता। कहते तेरा मुੱਢ परमेश्वर ने बद्धा दृष्टि करके। फिर कहते जिन तू साज सवार शिगारिया। तीन चीज़ां कईयां नूं रब ने साजिया सवारिया नहीं। भाव उन्हां दीयां अखां नहीं हैगियां, कईयां दे दो दो सिर, कईयां दीयां लत्तां नहीं जे हैगियां, कईयां दी जुबान ही है नहीं जे, कई बोले जे। उन्होंने रब ने साजिया जरूर है पर सवारिया नहीं आ। आपां नूं रब ने साजिया भी आ ते साज के ते मुड़ के ऐ पोचा मार के अपने सारे हथ पैर सवारे। ये तीजा शब्द है शिंगारिया। जिन तू साज सवार शिंगारे। शिंगार इन्ना क देता भी विच सवास भरते। हाँ जी, हुण जिधर नूं लंघदा वा लोकी मुड़ मुड़ वेंदे किन्ना सोहना, किन्ना सोहना। ये तीन चीज़ां मारे ने तेनों दित्तियां, तेनों साज के सवार के ते शिंगारिया। ते महाराज कहंदे बार व्यवस्था तुझ है प्यारे दूध। जो निक्का जिहा सी मां दी झोली च ते वेख पहला मां नूं दुध नहीं उतरिया, जदों तेरा जन्म होया उदों दुध उतरिया। फिर चिंता काहतों करदा, जब दांत न थे तब दूध दिया, जब दांत दिए तो रोजी न दे। मारे कहंदे कातों फिक्र बार व्यवस्था तुझे प्यार है दूध भर जोबन भोजन सुख सूद। कहंदे जवानी च फिर जो मर्जी खाना है, जिम जुम लाउणा चंगी छो बनाई शरीर दी। कहंदे फिर बार व्यवस्था बचपन विच दुध मिलिया, भर जवानी च भोजन सुख सूद। ते फिर की होया, बुढ़ा हो गया हुण बिरध पिया उपर साग सैन। वेख तेरे मुंडे कुड़ियां चाचे ताए भूआ किन्ने परिवार तेरे पते लैन आए है। ये परमेश्वर की खेड है। मारे कहंदे कीता कहा करे मन मान। कहंदे परमेश्वर का बनाया होया तू, तेनू सवाल सोने पाए ते कादा मान करदा है, कादा हंकार करदा है। देवण हारे कै हथ दान। कहंदे देवण हारे, देण वाला कौन है? परमेश्वर। ਉਹਦੇ ਹੱਥ ਦੇ ਵਿੱਚ ਦਾਤਾਂ, ਉਹਦਾ ਜੀ ਕਰੇ ਨਾ ਉਹਨੂੰ ਯਾਦ ਕਰਿਆ ਕਰ। ਅੱਠੇ ਪੈਰ ਉਹਦਾ ਸਿਮ। ਹੁਣ ਆਪਾਂ ਮੂਲ ਮੰਤਰ ਪੜਿਆ, ਇਹ ਪਰਮੇਸ਼ਰ ਦੀ ਯਾਦ ਹੈ, ਵਾਹਿਗੁਰੂ ਪਰਮੇਸ਼ਰ ਦੀ ਯਾਦ ਆ। ਤੇ ਜਿੰਨਾ ਹੀ ਉਹਨੂੰ ਯਾਦ ਕਰੋਗੇ ਉਨਾ ਹੀ ਜ਼ਿਆਦਾ ਕਿਰਪਾ ਹੋਈ ਜਾਣੀ, ਕਿਉਂਕਿ ਦੇਵਨ ਹਾਲ ਹੈ ਕੈ ਹੱਥ ਦਾਨ। ਉਹਦੇ ਹੱਥ 'ਚ ਸਾਰਾ ਕੁਝ। आखो सतनाम श्री ਵਾਹਿਗੁਰੂ। तुम्हारे सच्चे पातशाह कहते ਉਹਦੇ ਹੱਥ 'ਚ ਹੈ। ਉਹ ਚਾਹੇ ਤੈਨੂੰ ਗਰੀਬੀ ਦੇ ਦੇ, ਉਹ ਚਾਹੇ ਤੈਨੂੰ ਅਮੀਰੀ ਦੇ ਦੇ, ਉਹ ਚਾਹੇ ਤੈਨੂੰ ਭਿਖਾਰੀ ਬਣਾ ਦੇ, ਉਹ ਚਾਹੇ ਤੈਨੂੰ ਰਾਜ ਬਖਸ਼ੇ। ਉਹਦੇ ਹੱਥ 'ਚ ਹੈ ਖੇਡ। ਤੇ ਸੱਚ ਜੇ ਚੰਗੇ ਭਲੇ ਬੰਦੇ ਜਿਹੜੇ ਨੇ ਨਾ, ਜਦੋਂ ਪੈਰਾਲਾਈਜ਼ ਹੋ ਜਾਂਦਾ ਤੇ ਚੰਗੇ ਭਲੇ ਬੰਦੇ ਮੰਜੇ ਤੇ ਚੂਕਦੇ ਵੇਖੇ। ਆਪੋ ਸਾਥ ਵਾਹਿਗੁਰੂ। ਉਹ ਬੰਦੇ ਜਿਹੜੇ ਕਿਸੇ ਨੂੰ ਗੱਲ ਨਹੀਂ ਸੀ ਕਰਨ ਦਿੰਦੇ, ਉਹਨਾਂ ਨੂੰ ਚਾਰ ਚਾਰ ਜਾਣੇ ਚੁੱਕ ਕੇ ਲਿਆ ਰਹੇ ਆ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਦੇਵਣ ਵਾਲੇ ਦੇ ਹੱਥ ਹੈ। ਚਾਹੇ ਤੇ ਤੇਰੀ ਗੁੱਡੀ ਚੜਾ ਦੇਵੇ, ਚਾਹੇ ਤੇ ਥੱਲੇ ਲਾ ਦੇਵੇ, ਚਾਹੇ ਤੇ ਗਰੀਬੀ ਪਾ ਦੂ ਤੇਰੇ ਘਰ 'ਚ ਰਹਿ ਰੁਲਦਾ ਰਹਿ, ਤੇ ਜੇ ਸੁਣ ਤੇ ਆਇਆ ਤੇ 1 ਮਿੰਟ 'ਚ ਬਾਦਸ਼ਾਹ ਬਣਾ ਦੂ। ਉਹ ਪਰਿਵਾਰ ਵੇਖੇ ਜਿਹੜੇ ਕਿਲੋ ਆਟਾ ਮੰਗਦੇ ਸੀ, ਅੱਜ ਉਹ ਲੰਗਰ ਲਾ ਰਹੇ। ਲੰਗਰ ਇੰਨੀ ਕੁ ਮਹਾਰਾਜ ਨੇ ਕਿਰਪਾ ਕਰ ਦਿੱਤੀ, ਲੰਗਰ ਚੱਲ ਰਹੇ ਉਹਨਾਂ ਦੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਦੇਵਨ ਆ ਰਿਹਾ ਕਹਿ ਹੱਥ ਦਾਨ। ਪਰਮੇਸ਼ਰ ਦੇ ਹੱਥ 'ਚ ਸਾਰੀਆਂ ਦਾਤਾਂ ਨੇ। ਹੁਣ ਉਹਦੀ ਮਰਜ਼ੀ ਹੈ ਕਿ ਉਹ ਕਿਹਨੂੰ ਦਿੰਦਾ ਤੇ ਕਿਹਨੂੰ ਨਾ ਦਿੰਦਾ। ਤੇ ਮਹਾਰਾਜ ਕਹਿੰਦੇ ਆਖਣ ਜੋਰ
ਚੁਪੈ ਨਹਿ ਜੋਰ ਜ਼ੋਰ ਨਾ ਮੰਗਣ, ਦੇਨ ਨ ਜੋਰ ਕਹਿੰਦੇ ਉਹਦੇ ਨਾਲ ਧੱਕਾ ਨਹੀਂ ਕਰ ਸਕਦਾ। ਰੱਬ ਨਾਲ ਜੇ ਆਖੀ ਨਾ ਧੱਕੇ ਨਾ ਖੋਲਾਂ ਮੈਂ ਤੇ ਨਹੀਂ, ਇਹਦੇ ਨਾਲ ਚੰਗਾ ਉਹਨੂੰ ਯਾਦ ਕਰਿਆ ਕਰ, ਉਹਨੂੰ ਪਿਆਰ ਕਰਿਆ ਕਰ। ਜਦੋਂ ਵੀ ਟਾਈਮ ਮਿਲਦਾ ਚੌਪਈ ਸਾਹਿਬ ਪੜ੍ਹ ਲਾ, ਜਪਜੀ ਸਾਹਿਬ ਪੜ੍ਹ ਲਾ, ਰਹਿਰਾਸ ਸਾਹਿਬ ਪੜ੍ਹ ਲਾ, ਸੁਖਮਣੀ ਸਾਹਿਬ ਪੜ੍ਹ ਲਾ। ਇਹ ਪਰਮੇਸ਼ਰ ਦੀ ਯਾਦ ਹੈ। ਜਿੰਨਾ ਜ਼ਿਆਦਾ ਚੇਤੇ ਕਰੇਗਾ ਉਹਦਾ ਪਿਆਰ ਬਣ ਜੂ ਤੇਰੇ ਨਾਲ। ਤੇ ਜਿੱਦਣ ਫਿਰ ਤੇਰੇ ਨਾਲ ਹੁਣ ਆਪਣਾ ਜਿਹਦੇ ਨਾਲ ਪਿਆਰ ਹੋਵੇ ਤੇ ਆਪਾਂ ਨੂੰ ਕੋਈ ਕੰਮ ਕਾਰ ਹੋਵੇ ਤੇ ਆਪਾਂ ਆਖੀ ਦੇ ਨਾ ਭਾਈ ਸਾਹਿਬ ਜੀ ਮੇਰੇ ਨਾਲ ਚੱਲੋ, ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਪਿਆਰ ਆ ਨਾ ਤੇਰਾ। ਕਹਿੰਦੇ ਇਸੇ ਤਰ੍ਹਾਂ ਜਿੱਦਣ ਤੇਰਾ ਪਰਮੇਸ਼ਰ ਨਾਲ ਪਿਆਰ ਪੈ ਗਿਆ ਨਾ, ਫਿਰ ਭਗਤ ਧੰਨਾ ਜੀ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ। ਸਾਰੇ ਜਾਣੇ ਪੜਿਓ, ਸਾਰੇ ਪੜਿਓ, ਹੁਣ ਪਵਿੱਤਰ ਕਰਿਓ ਆਪਣੀ ਰਸਨਾ। ਤਿਨ ਕੇ ਕਾਜ ਸਵਾਰਤਾ, 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 ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰਨ ਤੇ, ਜੋ ਜਨ ਤੁਮਰੀ ਭਗਤ ਕਰਨ ਤੇ, ਜੋ ਜਨ ਤੁਮਰੀ ਭਗਤ ਕਰਨ ਤੇ, ਜੋ ਜਨ ਤੁਮਰੀ ਭਗਤ ਕਰਨ ਤੇ। ਤਿਨ ਕੇ ਕਾਜ ਸਵਾਰਤਾ, 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 ਤਿਨ ਕੇ ਕਾਜ ਸਵਾਰਤਾ। ਇਹਦੇ ਸਵਾਰਦਾ ਜੀ ਜੋ ਜਨ ਤੁਮਰੀ ਭਗਤ ਕਰਨ ਤੇ। ਤੇ ਆਪਾਂ ਤੇ ਕਦੇ ਜਪਜੀ ਸਾਹਿਬ ਨਹੀਂ ਪੜਿਆ, ਕਿਤੇ ਪੰਜ ਮੂਲ ਮੰਤਰ ਨਹੀਂ ਪੜੇ ਹੈ, ਕਿਤੇ 10 ਮਿੰਟ ਗੁਰੂ ਦੇ ਕੋਲ ਚੌਰ ਸਾਹਿਬ ਨਹੀਂ ਕੀਤਾ ਤੇ ਐਡੀ ਲਿਸਟ ਲੈ ਕੇ ਆਏ। ਗ੍ਰੰਥੀ ਨੂੰ ਲੱਭਣ ਦਿਆ, ਗ੍ਰੰਥੀ ਚਾਹ ਪੀਣ ਗਿਆ, ਕਹਿੰਦੇ ਬਾਬਾ ਕਿੱਥੇ ਮਰ ਗਿਆ, ਕਹਿੰਦੇ ਬਾਬਾ ਕਿੱਥੇ ਮਰ ਗਿਆ। ਉਹ ਕਹਿੰਦੇ ਵਿਚਾਰਾ ਤੜਕੇ ਦਾ ਉੱਠਿਆ ਚਾਹ ਚੂ ਪੀਂਦਾ ਨਾ ਘੁੱਟ ਕੇ, ਤੇ ਕਹਿੰਦਾ ਇਹਨੂੰ ਨਹੀਂ ਪਤਾ ਮੈਂ ਅਰਦਾਸ ਕਰਾਉਣ ਆਇਆ, ਮੈਂ ਵੇਖੋ ਹੰਕਾਰ ਕਿੰਨਾ, ਮੈਂ ਅਰਦਾਸ ਕਰਾਉਣ ਆਇਆ ਤੇ ਮੈਂ ਤੇ ਬਾਬੇ ਨੂੰ ਪਤਾ ਨਹੀਂ ਵੀ ਮੇਰੀ ਉਡੀਕ ਕਰੇ ਹੈ ਵੀ ਤੂੰ ਗਾਜਾ, ਤੂੰ ਮਹਾਰਾਜ, ਤੂੰ ਮਾਲਕ ਹੈ, ਤੇਰੀ ਗੁਰੂ ਕਾ ਵਜ਼ੀਰ ਉਡੀਕ ਕਰੇ, ਤੂੰ ਉਡੀਕ ਕਰ ਸਕ। ਇਹ ਕੰਮ ਉਲਟਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਵਜ਼ੀਰ ਆਇਆ, ਕਹਿੰਦਾ ਬਾਬਾ 5 ਮਿੰਟ ਹੋ ਗਏ ਮੈਨੂੰ ਇੱਥੇ ਵੇਖਦੇ ਨੂੰ, ਕਿੱਥੋਂ ਆਇਆ ਤੂੰ? ਤੇ ਮੈਂ ਆਖਿਆ 5 ਮਿੰਟ ਹੋ ਗਏ ਗੁਰੂ ਗ੍ਰੰਥ ਸਾਹਿਬ ਕੋਲ ਹੀ ਆ, ਕਿਤੇ ਹਸਪਤਾਲ 'ਚ ਤਾਂ ਨਹੀਂ ਪਿਆ। ਤੇ ਉੱਥੇ ਮੁੜ ਕੇ ਔਖਾ ਹੋ ਜਾਈਦਾ ਨਾ, 15-20 ਦਿਨ ਛੁੱਟੀ ਨਹੀਂ ਦਿੰਦੇ ਭਰਾਵਾ। ਜੇ ਕਚਹਿਰੀ 'ਚ ਫਸ ਗਿਆ ਤੇ 20-20 ਸਾਲ ਕੇਸਾਂ ਤਰੀਕਾਂ ਭੁਗਤੇਗਾ। ਪਰ ਮਾਫ ਕਰਿਓ, ਲਾਈਵ ਚੱਲਦਾ, ਪਤਾ ਨਹੀਂ ਕਿਉਂ ਗੁਰੂ ਗ੍ਰੰਥ ਸਾਹਿਬ ਕੋ ਆ ਕੇ ਇੰਨਾ ਕਾਹਲਾ ਪੈਂਦਾ, ਗੁਰਦੁਆਰੇ ਆ ਕੇ ਇੰਨਾ ਕਾਹਲਾ ਪੈ ਜਾਂਦਾ ਵੀ 5 ਮਿੰਟ ਵੀ ਜੀਰਾ ਨਹੀਂ ਕਰ ਸਕਦਾ। ਇਹ ਪਤਾ ਨਹੀਂ ਰੱਬੀ ਕੀ ਗੱਲ ਹੈ, ਗੁਰੂ ਦੇ ਕੋਲ ਤੋਂ ਡਰਦਾ ਹੀ, ਤੇ ਦੂਜੇ ਪਾਸੇ ਭਾਵੇਂ ਲੱਖਾਂ ਡੰਨ ਭਰਨਾ ਪੈ ਜੇ, ਆਖੋ ਸਤਿਨਾਮ ਵਾਹਿਗੁਰੂ। ਹੁਣ ਦਿੱਲੀ ਵੈਸੀ ਦੇ ਭਾਵੇਂ 40 ਗੇੜੇ ਲੱਗ ਜਾਣ, ਲਾਉਣੇ ਆ ਇਹਨੇ। ਕਿੰਨਾ ਖਰਚਾ ਆਉਂਦਾ ਦਿੱਲੀ ਜਾਣ ਦਾ, 40 ਗੇੜੇ ਲੱਗਣ ਲਾਊਗਾ। ਕਿਉਂ? ਕਿਉਂਕਿ ਬਾਹਰ ਵੀ ਜਾਣਾ ਹੋਇਆ। ਤੇ ਗੁਰੂ ਮਹਾਰਾਜ ਦੇ ਕੋਲ 5 ਮਿੰਟ ਵੀ ਗਾਲੀ ਪੈ ਜਾਂਦਾ, ਕਹਿੰਦਾ ਵੀ ਮੈਂ ਆਉਂਦੇ ਹੀ ਆਵਾਂ ਤੇ ਮੇਰੇ ਆਉਂਦੇ ਹੀ ਕਾਰ 'ਚ ਐਡੀ ਲੰਮੀ ਲਿਸਟ ਲੈ ਕੇ ਆਇਆ। ਮਹਾਰਾਜ ਆ ਵੀ ਦੇ ਦੇ, ਆ ਵੀ ਦੇ ਦੇ। ਮਾਰੇ ਕਹਿੰਦੇ ਬਹਿ ਜਾ, ਕਥਾ ਚੱਲਣ ਦੀ ਰੱਬ ਦੀ, ਬਹਿ ਜਾ। ਕਹਿੰਦਾ ਨਹੀਂ ਮੇਰੇ ਕੋਲ ਟਾਈਮ ਹੈ ਨਹੀਂ। ਉਹ ਕਹਿੰਦੇ ਰਾਗੀ ਕੀਰਤਨ ਕਰਨ ਦਾ, ਬਹਿ ਜਾ। ਬਾਬਾ ਜੀ ਮੇਰੇ ਕੋਲ ਟਾਈਮ ਬੋਲਿਆ ਕਰੋ, ਟਾਈਮ ਹੈ ਨਹੀਂ ਹੈ। ਤੇ ਮਹਾਰਾਜ ਕਹਿੰਦੇ 5 ਮਿੰਟਾਂ 'ਚ ਮੇਰੇ ਕੋਲੋਂ 50,000 ਚੀਜ਼ਾਂ ਮੰਗ ਲਈਆਂ ਤੇ ਫਿਰ ਮੇਰੇ ਕੋਲ ਟਾਈਮ, ਮੈਂ ਵਿਹਲਾ ਵਾਂ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਵਨ ਹਾਰੈ ਕੈ ਹੱਥ ਦਾਨ। ਕਹਿੰਦੇ ਉਹਦੇ ਹੱਥ 'ਚ ਚਾਬੀ ਆ, ਉਹਦੀ ਮਰਜ਼ੀ, ਦਵੇ ਜਾਂ ਨਾ ਦਵੇ।
ਹਾਂਜੀ ਭਾਵੈ ਦੇ ਨ ਦੇਈ ਸੋਈ। ਕਹਿੰਦੇ ਉਹਨੂੰ ਖੁਸ਼ੀ ਹੋਵੇ ਤੇ ਲਟਾ ਵੀ ਸਕਦਾ, ਉਹਦੀ ਮੌਜ ਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਰਾਏ ਭੋਏ ਦੀ ਤਲਵੰਡੀ, ਮਹਾਰਾਜ ਜੰਗਲ ਬੰਨੀਓ ਤੁਰੇ ਆ ਰਹੇ, ਮੱਝਾਂ ਚਾਰ ਕੇ, ਮੱਝਾਂ ਤੁਰੀਆਂ ਜਾ ਰਹੀਆਂ ਤੇ ਅੱਗੇ ਕੀ ਵੇਖਿਆ, ਕੁਝ ਸਾਧੂ ਕੀਰਤਨ ਕਰਦੇ ਪਏ। ਕੀਰਤਨ ਸੰਗਤ ਬੈਠੀ ਤੁਹਾਡੇ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਡੰਡਾ ਤੇ ਅੱਗੇ ਨਹੀਂ ਕਦੇ ਪਕੜਿਆ। ਕੋਈ ਸਾਧੂ, ਗੁਰੂ ਨਾਨਕ ਮਾਰਨ ਨਹੀਂ ਆਇਆ ਕਿਸੇ ਨੂੰ, ਗੁਰੂ ਨਾਨਕ ਤਾਰਨ ਆਇਆ। ਪਸ਼ੂ ਨੂੰ ਵੀ ਡੰਡਾ ਨਹੀਂ ਮਾਰਿਆ। ਪਸ਼ੂਆਂ ਨੇ ਜਿੱਥੇ ਖਾਣਾ ਚਾਹਿਆ, ਬਾਬਾ ਕਹਿੰਦਾ ਛਕੋ ਨਜ਼ਾਰੇ ਲਓ। ਉਹ ਜਿਹਦਾ ਖਾ ਲਿਆ ਉਹ ਵਿਚਾਰਾ ਜਾ ਕੇ ਕਹਿੰਦਾ ਮਾਂ ਜਾੜਦਾ ਹੀ ਸਾਰਾ। ਬਾਬੇ ਨਾਨਕ ਦੇ ਹੱਥ 'ਚ ਡੰਡਾ ਨਹੀਂ, ਬਾਬੇ ਹੱਥ 'ਚ ਪਿਆਰ ਹੀ ਗਿਆ। ਜਿਹੜਾ ਬਾਬੇ ਨਾਨਕ ਦੀ ਚਰਨੀ ਪੈ ਗਿਆ ਤਰ ਗਿਆ। ਮਾਰਨ ਨੇ ਡੰਡਾ ਨਹੀਂ ਫੜਿਆ। ਬਾਪੂ ਡੰਡਾ ਦੇ ਕੇ ਭੇਜਦਾ, ਮੱਝਾਂ ਵੀ ਆ ਡੰਡਾ ਲੈ ਲਾ, ਜੇ ਕਿਸੇ ਦਾ ਆਸਾ ਪਾਸਾ ਖਾਣ ਤੇ ਮੌਰਾਂ 'ਚ ਮਾਰੀ। ਮਹਾਰਾਜ ਉਹ ਪਿੰਡ ਦੇ ਬਾਹਰ ਆ ਕੇ ਸੁੱਟ ਦਿੰਦੇ ਡੰਡਾ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਚਾਹੀਦਾ, ਪਿਆਰ ਚਾਹੀਦਾ ਦੁਨੀਆ ਨੂੰ, ਪਿਆਰ ਦੀ ਭੁੱਖੀ ਦੁਨੀਆ। ਅੱਜ ਸਾਡੇ ਬੱਚੇ, ਸਾਡੇ ਪਰਿਵਾਰ ਸਾਡੇ ਤੋਂ ਕਿਉਂ ਟੁੱਟੇ? ਸਾਈਂ ਡੰਡੇ ਚੱਕੀ, ਕਿਸੇ ਨੂੰ ਗੱਲ ਨਾ ਲਾਓ, ਪਿਆਰ ਕਰੋ। ਹੈ ਕੋਈ ਵਧੀਆ ਜਿਹਾ ਹਸਪਤਾਲ ਬਣਾਓ, ਵਧੀਆ ਸਕੂਲ ਬਣਾਓ, ਵਧੀਆ ਵਿਦਿਆਲਾ ਬਣਾਓ, ਫ੍ਰੀ ਜਿਹਦੇ 'ਚ ਇਲਾਜ ਪੜ੍ਹਾਈ ਹੋਵੇ। ਵੇਖਿਓ ਸਿੱਖ ਬਣਦੇ ਕਿ ਨਹੀਂ ਬਣਦੇ? ਪੁੱਠੇ ਕੰਮਾਂ ਦੇ ਪੈਸੇ ਲਾਉਣ ਦੀ ਕੌਮ ਤੇ ਬਣਨਾ ਕਿਹਨੇ? ਆਖੋ ਸਤਿਨਾਮ ਵਾਹਿਗੁਰੂ। ਸੋ ਗੁਸਤਾਖੀ ਮਾਫ। ਹਰ ਕਿਸੇ ਨੂੰ ਲੋੜੀਂਦੀ ਚੀਜ਼ ਚਾਹੀਦੀ ਹੈ, ਮਨ ਵੀ ਦੁੱਖ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਵੇਖਿਆ? ਕੀਰਤਨ ਹੋ ਰਿਹਾ, ਰੱਬ ਦੀ ਸਿਫਤ ਹੋ ਰਹੀ। ਪਸ਼ੂ ਤੁਰ ਗਏ ਘਰ ਨੂੰ ਤੇ ਮਹਾਰਾਜ ਸਾਧੂਆਂ ਵੱਲ ਨੂੰ ਤੁਰ ਗਏ। ਜਦੋਂ ਉੱਥੇ ਪਹੁੰਚੇ ਹਜ਼ੂਰ ਪਾਤਸ਼ਾਹ ਤੇ ਉਹ ਜਿਹੜੇ ਮਹਾਂਪੁਰਖ ਸੀ ਨਾ, ਉਹ ਕੀਰਤਨ ਕਰ ਰਹੇ, ਸ਼ਬਦ ਪੜ੍ਹ ਰਹੇ, ਢੋਲਕੀ ਚਿਮਟੇ ਖੜਤਾਲਾਂ, ਜੋ ਵੀ ਸੰਗਤ ਬੈਠੀ ਸਰਵਣ ਕਰ ਰਹੀ ਹੈ। ਕੋਈ ਆਟਾ ਚੜਾ ਰਿਹਾ ਹੈ, ਕੋਈ ਦੁੱਧ ਲਿਆ ਰਿਹਾ ਹੈ, ਕੋਈ ਪ੍ਰਸ਼ਾਦ ਲੈ ਆਇਆ, ਜੋ ਵੀ ਕਿਸੇ ਕੋਲ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਆਰਜੂ ਹੈ ਕਰੀਬ। ਤੇ ਮਹਾਰਾਜ ਜੀ ਨੇ ਕੀ ਕੀਤਾ ਵੀ ਸਾਰਿਆਂ ਵੱਲ ਵੇਖਿਆ ਵੀ ਸਾਰੇ ਕੁਝ ਨਾ ਕੁਝ ਦੇ ਰਹੇ ਆ ਕੀਰਤਨ ਕਰਨ ਵਾਲੇ। ਤੇ ਉਸ ਵੇਲੇ ਇਹ ਗੁਰੂ ਨਾਨਕ ਸਾਹਿਬ ਦੀ ਕਥਾ, ਗੁੱਸਾ ਨਾ ਕਰਿਓ, ਲਾਈਵ ਚੱਲਦਾ, ਕਿਤੇ ਵੀ ਕਥਾ ਕੀਰਤਨ ਹੋਵੇ ਕੀ ਦਿੰਦੇ ਹੁੰਦੇ? 10 ਰੁਪਏ। ਉਹ ਵੀ ਉਹ ਜਿਹੜੇ ਨਿਕੰਮੇ ਆ। ਤੇ ਇਹ ਕੀ ਆ? ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨੇ ਤੇਰੇ ਘਰ ਦੇ ਵਿੱਚ ਬਰਕਤਾਂ ਲਿਆਉਣੀਆਂ ਸੀ, ਜਿੰਨੇ ਤੇਰੇ ਘਰ ਦੇ ਵਿੱਚ ਖੁਸ਼ੀਆਂ ਲਿਆਉਣੀਆਂ ਸੀ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਅੱਗੇ ਜੇ ਸਤਿਗੁਰ ਨਦਰ ਕਰੇ। ਜੇ ਸ਼ਬਦ ਸਾਂਝਾ, ਕਹਿੰਦੇ ਲੱਖ ਖੁਸ਼ੀਆਂ। ਪਾਤਸ਼ਾਹੀਆਂ ਤੇਰੇ ਘਰ 'ਚ ਕਿੱਦਾਂ ਆਈਆਂ? ਸਤਿਗੁਰੂ ਦੀ, ਜਿਹੜੇ ਗੁਰੂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦਿੱਤੀਆਂ, ਉਸ ਗੁਰੂ ਨੂੰ ਕੀ ਦਿੱਤਾ ਹੀ ਹੋਏ? ਸੁਖਮਨੀ ਸਾਹਿਬ ਦਾ 1100 ਰੁਪਇਆ ਰੋਕ ਕੇ। ਜਿਸ ਗੁਰੂ ਨੇ ਤੇਰੇ ਘਰ 'ਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਦਿੱਤੀਆਂ, ਉਹਦਾ ਕੀਰਤਨ ਕਰਨ ਵਾਲੇ ਨੂੰ ਕੀ ਦਿੱਤਾ ਹੀ? ਤੇ ਹੁਣ ਜਿੰਨੇ ਤੇਰੇ ਘਰ ਨੂੰ ਬਰਬਾਦ ਕਰਨਾ ਸੀ, ਉਹ ਪੈਲਸ ਵਿੱਚ ਆ ਰਿਹਾ ਵਾ, 7.5 ਲੱਖ ਰੁਪਇਆ ਲੈ ਰਿਹਾ। ਹੁਣ ਕਹਿੰਦੇ ਬਾਬਾ ਜੀ ਇੱਦਾਂ ਨਾ ਬੋਲਿਆ ਕਰੋ, ਇਹ ਕਥਾ ਨਹੀਂ, ਤੁਸੀਂ ਬਾਣੀ 'ਚ ਰਿਹਾ ਕਰੋ। ਆਖੋ ਸਤਿਨਾਮ। ਮੈਂ ਕਿਹਾ ਵੀ ਮੈਨੂੰ ਬਾਣੀ 'ਚ ਰਿਓ ਤੇ ਤੁਸੀਂ ਕਹਾਣੀ 'ਚ ਹੀ ਰਿਓ। ਹੈ ਨਹੀਂ ਬਾਬਾ ਜੀ, ਸ਼ਬਦ ਦੀ ਕਥਾ ਬੜੀ ਸੋਹਣੀ ਲੱਗਦੀ। ਮੈਂ ਕਿਹਾ ਇਹ ਤੇ ਫਿਰ ਦੁੱਖ ਜੂ ਲੱਗਦਾ। ਇਹ ਸੱਚਾਈ ਜੇ ਮਾਫ ਕਰੇ, ਉਹ ਮਾੜੇ ਤੋਂ ਮਾੜਾ ਰਿਸ਼ਤੇਦਾਰ ਵੀ ਵਿਆਹ ਦੇ ਵਿੱਚ ਸਿਰ ਵਾਰ ਨਾ ਕਰੇ ਤੇ 100 ਤੋਂ ਸ਼ੁਰੂ ਕਰੋ, 100 ਰੁਪਏ। ਭੈਣ ਭਰਾ ਜੂ ਬੈਠੇ ਆ, ਕਿੱਡਾ ਵੀ ਕਥਾਵਾਚਕ ਰਾਗੀ ਢਾਡੀ ਲੱਗਾ ਹੋਵੇ, ਇਹਦੇ ਹੱਥ ਕੰਮ ਹੀ ਨਹੀਂ ਕਰਦੇ। ਬੱਚਿਆਂ ਨੂੰ ਵੀ ਕਹਿੰਦਾ ਆ ਜਾਓ ਬਾਹਰ ਚੱਲਦੇ। ਗੁਸਤਾਖੀ ਮਾਫ ਕਰ ਦਿਓ। ਸਭ ਤੋਂ ਪਹਿਲੀ ਭੇਟ ਆ ਗੁਰੂ ਨਾਨਕ ਸਾਹਿਬ ਦੇਣ ਲੱਗੇ। ਅੱਜ 550 ਸਾਲ ਪਹਿਲਾਂ ਆਪਣਾ ਸ਼ੁਰੂ ਹੋਇਆ ਜੀਵਨ। ਸਿੱਖ ਕੌਮ ਦੀ ਉਮਰ 550 ਸਾਲ ਪਹਿਲੋਂ। ਜੈਨੀ, ਬੋਧੀ, ਸਨਾਤਨ, ਯਹੂਦੀ, ਉਹ ਧਰਮ ਸੀ ਹਜ਼ਾਰਾਂ ਸਾਲ ਪੁਰਾਣੇ। ਕੋਲੋਂ ਨਹੀਂ ਕਹੂੰਗਾ। ਨਾਨਕ ਪ੍ਰਕਾਸ਼ 'ਚ ਲਿਖਿਆ, ਜਦੋਂ ਕੀਰਤਨ ਹੋ ਰਿਹਾ ਸੀ ਨਾ, ਕੀਰਤਨ ਇੱਥੇ ਕੀ ਆਇਆ? ਦੇਵਨ ਹਾਰੇ ਕਹਿ ਹੱਥ ਦਾਨ। ਤੇ ਮਾਰੇ ਕਹਿੰਦੇ ਭਾਵੈ ਦੇ ਨਾ ਦੇਈਸ। ਧਿਆਨ ਦੇਣਾ ਸਾਰਿਆਂ ਨੇ।
ਦੁਖੀ ਕਿਉਂ ਆਪਾਂ ਅੱਜ? ਕਿਉਂ ਦੁਖੀ ਆ? ਉਹਦਾ ਕਾਰਨ ਇਹ ਹੈ, ਜਿਹੜਾ ਵਜ਼ੀਰ ਸਾਰੇ ਪਿੰਡ ਦੀ ਸੁੱਖ ਮੰਗਦਾ ਸਵੇਰੇ ਸ਼ਾਮ, ਉਹ ਦੁਖੀ ਆ, ਉਹ ਦੁਖੀ ਆ। ਇਸ ਕਰਕੇ ਨਹੀਂ ਅਸੀਂ ਸੁਖੀ। ਆਖੋ ਸਤਿਨਾਮ ਵਾਹਿਗੁਰੂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਬਹਿ ਕੇ ਸੁਣਿਆ। ਹੁਣ ਸਾਰੇ ਕੋਈ ਆਟਾ ਲਈ ਆਵੇ, ਕੋਈ ਕੁਛ ਲਈ ਆਵੇ, ਤੇ ਮੇਰੇ ਹਜ਼ੂਰ ਹੱਸ ਰਹੇ, ਕਹਿੰਦੇ ਮੇਰੇ ਕੋਲ ਕੀ ਹੈ, ਮੈਂ ਵੀ ਕੁਝ ਦਵਾਂ। ਤੇ ਮੇਰੇ ਹਜ਼ੂਰ ਨੇ ਵੇਖਿਆ ਵੀ ਕੁੜਤੇ ਦੀਆਂ ਜੇਬਾਂ ਵੀ ਖਾਲੀ ਹੈ, ਤੇ ਹਜ਼ੂਰ ਪਾਤਸ਼ਾਹ ਮਹਾਰਾਜ ਦੀ ਨਿਗਾਹ ਪਈ ਆਪਣੇ ਖੱਬੇ ਹੱਥ ਤੇ। ਇਹ ਕਥਾ ਨੂੰ ਸੁਣ ਕੇ ਭੁਲਾ ਨਾ ਦਿਓ, ਅੱਜ ਕੱਲ੍ਹ ਕੋਈ ਨਹੀਂ ਸੁਣਦਾ। ਕਿਉਂ ਗੁਰੂ ਨਾਨਕ ਕਰਨ ਲੱਗੇ ਇੱਦਾਂ? ਬਾਬੇ ਨੂੰ ਪਤਾ ਸੀ ਵੀ ਇਹ ਪੁੱਠੇ ਕੰਮਾਂ 'ਚ ਪੈ ਗਏ ਮੇਰੇ ਸਿਰ, ਇਹ ਮਾੜੇ ਕੰਮਾਂ 'ਚ ਲੱਖਾਂ ਦੇ ਦਿੰਦੇ ਸੀ, ਤੇ ਗੁਰੂ ਵੀਰਾਂ ਕਹਿੰਦੇ ਟੁੱਟੇ ਹੈ ਨਹੀਂ। ਆਖੋ ਸਤਿਨਾਮ। ਕਈ ਥਾਵਾਂ 'ਤੇ ਨਾ ਕਥਾ ਕਰ ਲਈ ਦੀ, ਵਾਹਿਗੁਰੂ ਭੇਟਾ ਦਿਓ ਜਾਣਾ, ਕਹਿੰਦੇ ਦੇ ਦਿੰਦੇ ਟੁੱਟੇ ਹੈ ਨਹੀਂ। ਮੈਂ ਕਿਹਾ ਕਿੰਨੇ ਆ ਬਾਈ ਜੀ? 2000। ਤੇ ਮੈਂ ਕਿਹਾ ਦੇ ਦਿਓ, ਮੈਂ ਕਿਹੜਾ ਮੋੜ ਦੇਣਾ ਕੁਛ। ਕਹਿੰਦੇ ਬਾਬਾ ਇੰਨੇ ਤੈਨੂੰ ਦੇ ਕੇ ਕਿਤੇ ਰਾਤ ਨੂੰ ਨੀਂਦ ਆ ਜੂ ਸਾਨੂੰ? ਇੰਨੇ ਨਹੀਂ ਅਸੀਂ ਦੇਣੇ, 4 ਟੋਟੇ ਕਰਨੇ, ਇਹਦੇ 4 ਆ। ਧਿਆਨ ਦਿਆ ਜੀ। ਤੇ ਮੇਰੇ ਪਾਤਸ਼ਾਹ ਕਿਰਪਾ ਕਰਦੇ, ਗੁਰੂ ਨਾਨਕ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਰੱਬ ਸੀ। ਇਹ ਬਰਬਾਦੀ ਇਹਨਾਂ ਨੇ ਆਪ ਕਰਨੀ, ਤੇ ਮੁੜ ਕੇ ਢਿੱਲੇ ਜਿਹੇ ਹੋ ਕੇ ਲਾ ਕੇ ਨਾ 25-30 ਲੱਖ, ਤੇ ਫਿਰ ਢਿੱਲਾ ਜਿਹਾ ਮੂੰਹ ਕਰਕੇ ਤੇ ਗਲੇ ਜੇ 10 ਰੁਪਈਏ ਫੜ ਕੇ ਤੇ ਗੁਰਦੁਆਰੇ ਕਹਿੰਦਾ ਬਾਬਾ ਜੀ ਦੁਖੀ ਆ, ਅਰਦਾਸ ਕਰ ਦਿਓ। ਤੇ ਦੁਖੀ ਹੋਣਾ ਤੂੰ ਬੇਮੁਖ ਜੋ ਹੋ ਗਿਆ ਰੱਬ ਤੋਂ। ਤੋ ਇਸ ਕਰਕੇ ਉੱਥੇ ਮਹਾਰਾਜ ਨੇ ਕੀ ਕੀਤਾ ਜੀ, ਕਵੀ ਨੇ ਸ਼ੇਰ 'ਚ ਵੀ ਬਿਆਨ ਕੀਤਾ, ਕਹਿੰਦੇ ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਪੜਾਉਂਦਾ ਸੀ, ਲਾ ਕੇ ਆਪਣੀ ਕੰਬਲੀ ਤੂੰ ਨੰਗਿਆਂ ਤੇ ਵਾਉਂਦਾ ਸੀ। ਵਾਹ ਓਏ ਮੇਰੇ ਮੋਦੀਆ ਤੂੰ ਮੋਦੀ ਖਾਨਾ, ਤੋਲਿਆ ਤੇਰੇ ਜਿਹਾ ਸੌਦਾ ਮੁੜ ਕੇ ਨਹੀਂ ਕਿਸੇ ਤੋਲਿਆ। ਤੈਨੂੰ ਪੜਾਉਣੇ ਆਏ ਪੰਡਤ ਤੇ ਮੁੱਲਾ, ਪੜ ਗਏ ਸੋਫੀ ਬੰਦਿਆਂ ਨੂੰ ਵੀ ਨਾਮ ਦੇ ਨਸ਼ੇ ਚੜ ਕੇ। ਕਿਰਤੀ ਦੀ ਝੁੱਗੀ ਵੇਖ ਕੇ ਲਾਲੂ ਦੇ ਘਰ, ਕਿਰਤੀ ਦੀ ਝੁੱਗੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ। ਦੁਖੀਆਂ ਦੀ ਖਾਤਰ ਬਾਬਾ ਨਾਨਕਾ ਬਾਜ਼ਾਰਾਂ ਵਿੱਚ ਜਾ ਕੇ ਵਿਕ ਗਿਓ। ਦੁਨੀਆ ਦੇ ਉੱਤੇ ਵੱਖਰਾ ਹੀ ਮਨਜ਼ੂਮ ਸੀ, ਜਦੋਂ ਕੋਦਰੇ 'ਚ ਦੁੱਧ ਸੀ ਤੇ ਪੂੜੀਆਂ 'ਚ ਖੂਨ ਸੀ। ਬਾਬਰ ਦੀ ਚੱਕੀ ਫੇਰ ਕੇ ਲਗਾਤੀ ਬਾਜੀ ਜਾਨ ਦੀ, ਚੱਕੀ ਬਾਬਰ ਦੀ ਨਹੀਂ ਤਕਦੀਰ ਫਿਰ ਗਈ ਹਿੰਦੁਸਤਾਨ। ਬਾਬੀ ਨੂੰ ਪੜ੍ਹਿਆ ਕਰੋ। ਪਿਛਲੇ ਬਜ਼ੁਰਗ ਕਹਿੰਦੇ ਪੁੱਤ ਸੁਣਾ, ਹੁਣ ਤੇ ਸੁਣਦੇ ਹੀ ਉਹ ਹੋ ਜਾ। ਬਾਬੇ ਨਾਨਕ ਨੇ ਆਪਣੀ ਖੱਬੇ ਹੱਥ ਵੱਲ ਨੇਤਰ ਪਾਏ, ਤੇ ਐਡੀ ਮੋਟੀ ਛਾਪ ਸੋਨੇ ਦੀ, ਜਿਹਦੇ ਉੱਤੇ ਨਗ ਜੜੇ ਹੋਏ ਨੇ। ਪਟਵਾਰੀ ਦਾ ਕੱਲਾ ਕੱਲਾ ਪੁੱਤ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਛਾਪ ਜਿਹੜੀ ਸੀ ਨਾ ਆਪਣੀ ਉਂਗਲ ਚੋਂ ਬਾਹਰ ਕੱਢੀ। ਬਾਹਰ ਕੱਢ ਕੇ ਤੇ ਮੇਰੇ ਹਜ਼ੂਰ ਨੇ ਤਲੀ ਤੇ ਰੱਖੀ, ਤੇ ਹੱਸ ਕੇ ਨਾ 2 ਮਿੰਟ ਨੇਤਰ ਬੰਦ ਕੀਤੇ। ਇਹ ਨੇਤਰ ਬੰਦ ਕਰਨ ਤੋਂ ਬਾਅਦ ਉਹ ਜਿਹੜੀ ਛਾਪ ਸੀ ਨਾ, ਉਹ ਜਿਹੜਾ ਸਾਧੂ ਗਾ ਰਿਹਾ ਸੀ, ਉਹਦੀ ਝੋਲੀ 'ਚ ਪਾ ਦਿੱਤੀ। ਸਾਰੇ ਲੋਕੀ ਵੇਖ ਕੇ ਦੰਗ ਰਹਿ ਗਏ ਵੀ ਅੱਜ ਪਟਵਾਰੀ ਦੇ ਪੁੱਤਰ ਦੀ ਸ਼ਾਮਤ ਆਊ, ਅੱਜ ਕੁੱਟ ਖਾਊਗਾ ਘਰੋਂ। ਆਖੋ ਸਤਿਨਾਮ ਵਾਹਿਗੁਰੂ। ਕਿਉਂਕਿ 45-50 ਹਜ਼ਾਰ ਦੀ ਛਾਪ ਜਿਹੜੀ ਹੈ, ਸਭ ਤੋਂ ਪਹਿਲੀ ਕੀਰਤਨ ਭੇਟਾ। ਤੁਹਾਡੇ 'ਚ ਪੜ੍ਹੇ ਲਿਖੇ ਵਿਦਵਾਨ ਹੋਣਗੇ। ਬਾਬੇ ਨਾਨਕ ਰੱਬ ਨੇ ਖੁਦ ਕੀਰਤਨ ਸੁਣਿਆ ਜੇ ਆਪ ਮਾਲਕ ਸੀ। ਅੱਜ ਅਸੀਂ 5 ਮਿੰਟ ਨਹੀਂ ਬਹਿੰਦੇ, ਨਾ ਬੱਚਿਆਂ ਨੂੰ ਬਿਠਾਉਣੇ ਕਥਾ ਕੀਰਤਨ 'ਚ। ਮੁੜ ਕੇ ਕਹਿੰਦੇ ਜੀ ਮਾੜੇ ਦਿਨ ਆ ਗਏ, ਸਮਾਂ ਮਾੜਾ। ਤੇ ਲਿਆਂਦਾ ਕਿਨੇ? ਸੁਖਮਨੀ ਸਾਹਿਬ ਘਰੇ ਰੰਮ ਕਰਾਇਆ, ਕਿੰਨਾ ਪਾਠ ਸੁਣਿਆ ਹੀ ਸੱਚ ਦੱਸੋ। ਕੱਲਾ ਬਾਬਾ ਹੀ ਪੜ੍ਹੀ ਗਿਆ, ਵਿਚਾਰਾ ਵੜਿਆ ਨਹੀਂ ਕੋਈ ਅੰਦਰ। ਤੇ ਮੁੜ ਕੇ ਆਪਾਂ ਕਹਿੰਦੇ ਦੁਖੀ ਆ, ਦੁਖੀ ਹੋਣਾ ਹੀ ਆ, ਕਿਉਂਕਿ ਪਰਮੇਸ਼ਰ ਨਾਲ ਮੱਥਾ ਜੂ ਲਾ ਲਿਆ। ਤੋ ਉਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ 45-50 ਹਜ਼ਾਰ ਰੁਪਈਏ ਦੀ ਜਵਾਦੀ ਹੋਵੇਗੀ ਉਹ ਛਾਪ ਜਿਹੜੀ ਸਾਧੂ ਨੂੰ ਦੇਤੀ। ਤੇ ਮਹਾਰਾਜ ਹੱਸ ਪਏ, ਤੇ ਜਿਹੜੇ ਉੱਥੇ ਬੈਠੇ ਸੀ ਆਪਣੇ ਵਰਗੇ ਸਾਰਿਆਂ ਦੀ ਨਿਗਾਹ ਪੈ ਗਈ। ਕਹਿੰਦੇ ਅੱਜ ਪੱਕੀਆਂ ਬਾਬੇ ਦੇ ਵੱਜਣਗੀਆਂ। ਪਟਵਾਰੀ ਸਾਹਿਬ ਤੇ ਅੱਗੇ ਦੁਖੀ ਆ, ਇਹ ਚੱਜ ਦਾ ਕੰਮ ਕੋਈ ਨਹੀਂ ਕਰਦਾ, ਤੇ ਰਹਿੰਦਾ ਖੁੰਦਾ ਇਹਨੇ ਆਪਣੀ ਛਾਪ ਲਾ ਕੇ ਤੇ ਬਾਣੀ ਪੜ੍ਹਨ ਵਾਲੇ ਨੂੰ ਦੇਤੀ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਪੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਦੇਣ ਲੱਗੇ ਸੀ। ਗੁਰਤਾ ਗੱਦੀ ਮਹਾਰਾਜ ਨੇ ਕਿਉਂ ਇਹ ਸਾਰਾ ਕੁਝ ਕੀਤਾ? ਵੀ ਤੁਸੀਂ ਪਾਠ ਸੁਣਦੇ ਰਹੋ ਤੇ ਪੜ੍ਹਦੇ ਰਹੋ। ਸਵਾਲ ਨਹੀਂ ਪੈਦਾ ਹੁੰਦਾ ਆਉਣ ਵਾਲੇ 10-15 ਸਾਲਾਂ ਤਾਈਂ ਕੋਈ ਨੌਜਵਾਨ ਤੁਹਾਨੂੰ ਪਾਠੀ ਸਿੰਘ ਲੱਭ ਜੇ, ਕੀਰਤਨ ਵਾਲਾ ਲੱਭ ਜੇ, ਕਥਾ ਵਾਲਾ। ਆ ਜਿੰਨੇ ਬੱਚੇ ਆ ਸਭ ਬਾਹਰ ਵਾਲੇ ਆ।
ਫੈਲਾਂ ਲੱਗੀਆਂ ਵਾ, ਕਹਿੰਦੇ ਗਿਆਨੀ ਜੀ ਸੇਵਾ ਕਰਾ ਦਿੰਦੇ ਨਾਲ। ਮੈਂ ਕਿਹਾ ਚਲੋ। ਜਿੱਦਣ ਉਧਰੋਂ ਆਵਾਜ਼ ਆ ਗਈ ਸਭ ਗਏ, ਲੈ ਆਖੋ ਸਤਿਨਾਮ ਵਾਹਿਗੁਰੂ। ਇਹ ਖਜ਼ਾਨਾ ਕਿੰਨੇ ਸੁਣਾਉਣਾ? ਮੈਂ ਕਿਹਨਾਂ ਅਰਦਾਸ ਕਿਹਦੇ ਅੱਗੇ ਕਰਿਆ ਕਰਾਂਗੇ, ਵੀ ਕੀ ਤੋਂ ਅਰਦਾਸ ਕਰਾਵਾਂਗੇ? ਪੁਰਾਣੇ ਜਿਹੜੇ ਗ੍ਰੰਥੀ ਸਿੰਘ ਬਜ਼ੁਰਗ ਹੋ ਗਏ ਵਿਚਾਰੇ, ਉਹ ਵੀ ਹੁਣ ਸਿਹਤ ਠੀਕ ਨਹੀਂ, ਪਾਠ ਨਹੀਂ ਹੁੰਦਾ। ਆ ਬਹੁਤੇ ਫੋਨ ਆਉਣਗੇ, ਬਾਬਾ ਜੀ ਗ੍ਰੰਥੀ ਸਿੰਘ ਦਿਓ ਪਾਠ ਕਰਾਉਣਾ। ਮੈਂ ਕਿਹਾ ਤੁਹਾਡੇ ਪਿੰਡ ਕੀ ਹੋਇਆ? ਕਹਿੰਦੇ ਉੱਥੇ ਤਾਂ ਅੱਗੇ ਹੱਥ ਖੜੇ ਆ। ਮੈਂ ਕਿਹਾ ਵੀ ਹੁਣ ਤੋਂ ਤਾਂ ਡਿੱਗਣੇ ਨਹੀਂ ਨਾ ਥੱਲੇ, ਬਣਨੇ ਸੀ ਪਰ ਬਣਨੋਂ ਹਟ ਗਏ। ਤੋ ਇਸ ਕਰਕੇ ਕੋਈ ਨਾ ਕੋਈ ਕਾਰਜ ਸੀ, ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਛਾਪ ਲਾ ਕੇ ਤੇ ਅੱਗੇ ਰੱਖਦੀ। ਨਾਨਕ ਪ੍ਰਕਾਸ਼ ਦੀ ਕਥਾ ਏ, ਤੇ ਉਸ ਸਾਧੂ ਨੇ ਜਦੋਂ ਕੀਰਤਨ ਸਮਾਪਤ ਕੀਤਾ ਤੇ ਅੱਜ ਵਰਗਾ ਹੁੰਦਾ ਤੇ ਲੈ ਜਾਂਦਾ। ਉਹਨੇ ਚੁੱਕ ਕੇ ਤੇ ਗੁਰੂ ਨਾਨਕ ਸਾਹਿਬ ਦੀ ਝੋਲੀ 'ਚ ਪਾ ਕੇ ਆਖਿਆ, ਪੁੱਤਰ ਤੂੰ ਬੱਚਾ ਹੈ, ਇਹ ਮਹਿੰਗੀ ਬਹੁਤ ਆ, ਤੇਰੇ ਮਾਂ ਪਿਓ ਦਾ ਤੂੰ ਕੱਲਾ ਕੱਲਾ, ਤੈਨੂੰ ਚਾਅ ਨਾ ਬਣਾ ਕੇ ਪਾਈ ਐ, ਸਾਡੇ ਕਿਸੇ ਕੰਮ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਵਰਗੇ ਬਾਬੇ ਵੀ ਸੋਨੇ ਚਾਂਦੀ ਮਾਇਆ ਦੇ ਭੁੱਖੇ, ਜਿੱਡਾ ਵੱਡਾ ਲਿਫਾਫਾ ਤੇ ਓਡਾ ਹੀ ਚਰਨ ਤੁਹਾਡੇ ਆਸ਼ੀਰਵਾਦ ਵੱਡਾ ਮਿਲੂਗਾ। ਤੇ ਬਾਬੇ ਨੇ ਆਖਿਆ, ਕਹਿੰਦੇ ਮੇਰੇ ਕੋਈ ਕੰਮ ਨਹੀਂ ਬੇਟਾ, ਅਸੀਂ ਤਾਂ ਸੁੱਕਾ ਮਿੱਸਾ ਖਾ ਕੇ ਰੱਬ ਦੇ ਗੁਣ ਗਾਉਣੇ ਐ, ਕਿਉਂਕਿ ਅੱਜ ਸਾਡਾ ਵੀ ਕਸੂਰ ਹੈ। ਪਹਿਲੇ ਜਿਹੜੇ ਸੰਤ ਮਹਾਂਪੁਰਖ ਸੀ ਨਾ, ਗੁਰੂ ਦੇ ਕੀਰਤਨੀਏ, ਉਹ ਜੋੜਦੇ ਨਹੀਂ ਸੀ ਕੁਝ, ਉਹਦਾ ਛੱਕ ਕੇ ਜਲ ਪਾਣੀ ਤੇ ਮਹਾਰਾਜ ਦਾ ਜਸ ਗਾਉਂਦੇ। ਹੁਣ ਸਾਨੂੰ ਵੀ ਤੁਹਾਡੇ ਵਰਗੂ ਜੱਬ ਪੈ ਗਿਆ ਵੀ ਮੈਂ ਵੀ 2 ਗੇੜੇ ਕੈਨੇਡਾ ਦੇ ਲਾਏ, ਹੁਣ ਕੋਠੀ ਪਾਉਣੀ ਆਪੋ ਸਭ, ਮੈਂ ਵੀ ਗੱਡੀ ਲੈਣੀ, ਗ੍ਰਸਤੀ ਜੀ ਹੋ ਗਏ ਨਾ, ਇੱਧਰ ਨੂੰ ਜੱਬ ਪੈ ਗਿਆ, ਤਾਈਓ ਇਹ ਚੀਜ਼ ਘਟ ਗਈ। ਅਸਲ 'ਚ ਇਹ ਚੀਜ਼ ਜਿਹੜਾ ਵਰਤਾਉਣ ਵਾਲਾ ਸੀ ਉਹ ਵੀ ਬੇਪਰਵਾਹ ਸੀ, ਤੇ ਪੜ੍ਹਨ ਵਾਲਾ ਵੀ ਬੇਪਰਵਾਹ ਸੀ, ਤੇ ਵੰਡਣ ਵਾਲਾ ਵੀ ਬੇਪਰਵਾਹ ਸੀ। ਤੇ ਮਾੜਾ ਜਿਹਾ ਨਾ ਚਮਕੀਏ ਤੇ 1.5 ਲੱਖ ਤੋਂ ਘੱਟ ਕਹਿੰਦੇ ਅਸੀਂ ਤਾਂ ਨਹੀਂ ਆਉਣਾ, ਤੁਸੀਂ ਸੁਣਨਾ ਚਾਹੁੰਦੇ? ਬਾਬਾ ਜੀ ਤੁਹਾਨੂੰ ਸੁਣਨਾ ਕਹਿੰਦੇ ਇੰਨੇ ਲੱਗਣ। ਤੇ ਗੁਰੂ ਨਾਨਕ ਸਾਹਿਬ ਨੂੰ ਉਸ ਸਾਧੂ ਨੇ ਛਾਪ ਵਾਪਸ ਕਰਤੀ ਜੀ। ਕਹਿੰਦੇ ਮਹਾਰਾਜ ਅਸੀਂ ਨਹੀਂ ਲੈਣੀ, ਸਾਡੇ ਕਿਸੇ ਕੰਮ ਨਹੀਂ, ਕੱਚਾ ਅਨਾਜ ਦਿਓ, ਨਾਲੇ ਮਹਿੰਗੀ ਬਹੁਤ ਹੈ, ਤੁਹਾਨੂੰ ਝਿੜਕਾਂ ਪੈਣਗੀਆਂ। ਤੇ ਬਾਬੇ ਨਾਨਕ ਨੇ ਆਖਿਆ, ਕਹਿੰਦੇ ਮਹਾਂਪੁਰਖੋ ਤੁਸੀਂ ਸੱਚਾ ਸੋਨਾ ਪਵਾਇਆ ਏ, ਇਹ ਕੱਚਾ ਸੋਨਾ ਏ। ਆਖੋ ਸਤਿਨਾਮ ਵਾਹਿਗੁਰੂ। ਤੁਸੀਂ ਸ਼ਬਦ ਦਾ ਸੋਨਾ ਪਵਾਇਆ, ਜਿਹੜਾ ਮੜੀਆਂ ਤੋਂ ਬਾਅਦ ਵੀ ਨਾਲ ਜਾਂਦਾ ਈ। ਆਖੋ ਸਤਿਨਾਮ ਵਾਹਿਗੁਰੂ। ਤੇ ਇਹ ਕੱਚਾ ਸੋਨਾ ਏ, ਜਿਹੜਾ ਜਿੱਦਣ ਨਹਾਉਣ ਲੱਗੇ ਮਰਨ ਤੋਂ ਬਾਅਦ ਅਗਲਿਆਂ ਘਰੇ ਹੀ ਲਾ ਲੈਣਾ ਏ। ਇਸ ਕਰਕੇ ਛਾਪ ਇੰਨੀ ਵੀ ਮਹਿੰਗੀ ਨਹੀਂ ਬਾਬਾ, ਤੇਰੇ ਸ਼ਬਦ ਦਾ ਮੁੱਲ ਪਾ ਸਕੇ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਗੁਰੂ ਨਾਨਕ ਸਾਹਿਬ ਨੇ ਉਹ ਛਾਪ ਨਹੀਂ ਲਈ ਵਾਪਸ। ਨਾਲੇ ਇੱਕ ਲੋਟਾ ਸੀ ਮਾਰੇ ਕੋ ਬੜਾ ਸੋਹਣਾ, ਉਹ ਵੀ ਸਾਧੂ ਨੂੰ ਦੇਤਾ। ਇੱਕ ਸਾਧੂ ਨੰਗਾ ਸੀ ਨਾਲ, ਤੇ ਮਹਾਰਾਜ ਦੇ ਕੋਲ ਇੱਕ ਕੰਬਲੀ ਸੀ ਬੜੀ ਸੋਹਣੀ ਰੇਸ਼ਮ ਦੀ, ਮਹਾਰਾਜ ਨੇ ਉਹ ਵੀ ਲਾ ਕੇ ਸਾਧੂ ਨੂੰ ਦੇਤੀ। ਕਹਿੰਦੇ ਤੁਸੀਂ ਰੋਜ਼ ਨਾਮ ਜਪਣਾ ਏ, ਦੂਰ ਦਰੇਡੇ ਜਾਣਾ ਤੇ ਆਨੰਦ ਲਓ। ਮੇਰੇ ਕੋਲ ਤਾਂ ਵਾਧੂ ਬਾਪੂ ਪਟਵਾਰੀ ਹੈ, ਬਥੇਰੀ ਛਿੱਲ ਲਾ ਲੈਂਦਾ ਲੋਕਾਂ ਦੀ ਇੱਧਰ ਉੱਧਰ ਕਰਕੇ। ਆਖੋ ਸਤਿਨਾਮ। ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਹਣਾ ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ। ਕਿਸੇ ਆਖਿਆ ਲਾ ਲੋ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ। ਕਿਸੇ ਆਖਿਆ ਮੁਰਸ਼ਦ ਰਾਏ ਬੁਲਾਰਦਾ ਏ, ਸੱਚੇ ਸੁੱਚੇ ਪਿਆਰ ਨੂੰ ਨਿਭਾਣ ਆਇਆ। ਕਿਸੇ ਆਖਿਆ ਯਾਰੋ ਲਾਲਵਾਂ ਦਾ ਸੁੱਕੀ ਰੋਟੀ 'ਚ ਦੁੱਧ ਵਰਤਾਉਣ ਆਇਆ। ਕਿਸੇ ਆਖਿਆ ਯਾਰੋ ਲਾਲਵਾਂ ਦਾ ਸੁੱਕੀ ਰੋਟੀ 'ਚ ਦੁੱਧ ਵਰਤਾਉਣ ਆਇਆ। ਕੁਦਰਤ ਬੋਲ ਪਈ ਆਪ ਕਰਤਾਰ ਨਾਨਕ, ਜਗਤ ਜਲੰਦੇ ਨੂੰ ਠੰਡ ਵਰਤਾਉਣ। ਮਹਾਰਾਜ ਨੇ ਆਪਣੀ ਛਾਪ, ਗੜਵਾ ਤੇ ਲੋਈ, ਤਿੰਨੇ ਚੀਜ਼ਾਂ ਕੀਰਤਨ ਭੇਟਾ ਦਿੱਤੀ। ਸਭ ਤੋਂ ਪਹਿਲੀ ਭੇਟਾ ਸਿੱਖ ਇਤਿਹਾਸ ਦੀ। ਤੇ ਅੱਜ ਜਿੰਨੀਆਂ ਕੀਮਤੀ ਚੀਜ਼ਾਂ ਪੁੱਠੇ ਪਾਸੇ ਦੇ ਦਿੰਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ ਇੰਨਾ ਸਤਿਕਾਰ ਕੀਤਾ ਬਾਣੀ ਦਾ, ਬਾਣੀ ਗਾਉਣ ਵਾਲੇ ਦਾ। ਆਪ ਰੱਬ ਧਰਤੀ ਤੇ ਆਇਆ ਹੈ। ਕਹਿੰਦੇ ਜੀਵ ਪੈਦਾ ਕੀਤਾ ਹੋਇਆ ਹੈ, ਇਹਦੇ ਕਿਆ ਕੁਛ ਨਹੀਂ ਹੋਣਾ। ਜਦੋਂ ਪਰਮੇਸ਼ਰ ਦੀ ਮਿਹਰ ਹੋਣੀ ਆ, ਕਾਰਜ ਉਦੋਂ ਹੀ ਹੋਣੇ ਆ। ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਉਹਦੀ ਸ੍ਰਿਸ਼ਟੀ ਹੈ, ਉਹ ਤੈਨੂੰ ਬਾਦਸ਼ਾਹ ਬਣਾ ਦੇ। ਉਹਦੀ ਦ੍ਰਿਸ਼ਟੀ ਹੈ ਤੈਨੂੰ ਮੰਗਲ ਲਾ ਦੇ। ਥੋੜੇ ਸਮੇਂ ਵਿੱਚ ਕਈ ਕੌਤਕ ਵੇਖੇ। ਐਡਾ ਸੋਹਣਾ ਸਰੀਰ ਹੈ, ਅੰਦਰੋਂ ਹੀ ਰੋਗ ਨਿਕਲ ਆਉਂਦਾ ਬੰਦੇ। ਉਹ ਸ਼ਕਲ ਇੰਨੀ ਪਿਆਰੀ ਡਰਾਉਣੀ ਬਣ ਜਾਂਦੀ ਹੈ। ਇਹਨੂੰ ਕਹਿੰਦੇ ਬਸ ਨਿਮਰਤਾ ਵਿੱਚ ਰਹਿ ਭਾਈ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ, ਸਭ ਤੇ
ਕੱਚਾ ਵਾਹਿਗੁਰੂ 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 ਵੀ ਜਿਤਨਾ ਵੀ ਹੋ ਸਕਦਾ ਉਤਨਾ ਹੀ ਜਪਿਆ ਕਰ। ਜਦੋਂ ਪਿਆਰ ਪੈ ਗਿਆ ਤੇਰਾ ਪਰਮੇਸ਼ਰ ਨਾਲ ਤੇ ਫਿਰ ਸਾਰੇ ਕੰਮ ਤੇਰੇ ਆਪ ਕਰੇਗਾ। ਦੇਵਨ ਹਾਰੇ ਕਹਿ ਹੱਥ ਦਾਨ ਭਾਵੇ ਦੇ ਤਾਂ ਦੇਈ ਸੋਏ ਕੀਤੇ ਕਾ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ। ਕਹਿੰਦੇ ਉਹ ਸੱਚਾ ਵਾ ਤੇ ਉਹਨੂੰ ਸੋਹਣਾ ਵੀ ਉਹੋ ਹੀ ਲੱਗਦਾ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਉਹ ਸੱਚ ਨਾਲ। ਵਾਹਿਗੁਰੂ ਪਹਿਲਾਂ ਸੱਚਾ ਹੋਏ ਸੁੱਚਾ ਬੈਠਾ ਹੈ। ਜਿੱਦਾਂ ਦਾ ਕਿਸੇ ਬੰਦੇ ਦਾ ਸ਼ਰਾਬੀ ਬੰਦਾ ਤੇ ਉਹਨੂੰ ਆਪਣਾ ਦੋਸਤ ਸ਼ਰਾਬੀ ਵਧੀਆ ਲੱਗਦਾ, ਜਿਹੜਾ ਸਮੈਕ ਪੀਣ ਵਾਲਾ ਉਹਨੂੰ ਆਪਣਾ ਮਿੱਤਰ ਪਿਆਰਾ ਲੱਗਦਾ, ਫੀਮ ਖਾਣ ਵਾਲੇ ਨੇ ਆਪਣਾ ਬੇਲੀ ਲੱਭਣਾ। ਇਸੇ ਤਰ੍ਹਾਂ ਕਿਤੇ ਭਗਤੀ ਕਰਨ ਵਾਲੇ ਨੇ ਗੁਰਮੁਖ ਦੇ ਕੋਲ ਵਿਆਹ ਸ਼ਾਦੀ 'ਚ ਵੇਖੀਏ ਨਾ, ਉੱਥੇ ਜਿਹੜਾ ਜਿਹਨੂੰ ਜੱਚਦਾ ਉਹਦੇ ਕੋਲ ਜਾ ਕੇ ਉਹ ਬੰਦਾ ਬਹਿ ਜਾਂਦਾ। ਇਸੇ ਤਰ੍ਹਾਂ ਮਾਰੇ ਕਹਿੰਦੇ ਵੀ ਜਿਹੜਾ ਜਿੱਦਾਂ ਹੁਣ ਤੁਸੀਂ ਬੈਠੇ ਆ ਇਸ ਵੇਲੇ ਮਾਰੇ ਦੇ ਕੋਲੇ, ਇਹ ਕੋਈ ਕਰਮ ਕੀਤਾ ਆਪਾਂ, ਆ ਜਿਹੜਾ ਟਾਈਮ ਆਪਣਾ ਬਹੁਤ ਸੋਹਣਾ ਲੱਗਿਆ ਨਾ, ਇਸ ਵੇਲੇ ਕੋਈ ਕਚਹਿਰੀ ਨੂੰ ਤੁਰ ਪਿਆ, ਕੋਈ ਮਰਗ ਦੇ ਭੋਗ ਤੇ ਚੱਲਿਆ, ਕਿਸੇ ਦੇ ਘਰ ਮਰਗ ਹੋਈ ਲੱਕੜਾਂ ਲੈਣ ਗਿਆ, ਕੋਈ ਹਸਪਤਾਲ ਨੂੰ ਜਾਣ ਦਿਆ ਟੈਸਟ ਕਰਾਉਣ, ਤੇ ਮਾਰੇ ਕਹਿੰਦੇ ਸ਼ੁਕਰ ਕਰਿਆ ਕਰ ਤੂੰ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ। ਦੇਣੀ ਆ ਕਿ ਉਹਦਾ ਕਿੱਦਾਂ ਦਾ ਚੜ੍ਹਨਾ। ਮਾਰੇ ਕਹਿੰਦੇ ਧੰਨ ਸੋ ਵੇਲਾ ਘੜੀ ਧੰਨ, ਧੰਨ ਮਹੂਰਤ ਪਲਸਾਰ, ਤੂੰ ਸ਼ੁਕਰ ਕਰਿਆ ਕਰ ਬਸ ਕਿ ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ। ਇਸ ਕਰਕੇ ਉਹ ਸੱਚਾ ਵਾ, ਉਹਨੂੰ ਉਹੀ ਵਧੀਆ ਲੱਗਦੇ ਆ ਜਿਹੜੇ ਉਹਦੇ ਵਰਗੇ ਕਾਰਜ ਕਰਦੇ ਨੇ, ਅੰਦਰ ਦੇ ਸਾਫ ਨੇ, ਨੀਤ ਮਾੜੀ ਨਹੀਂ, ਕਿਸੇ ਦਾ ਬੁਰਾ ਨਹੀਂ ਮੰਗਦੇ, ਉਹ ਬਹੁਤੇ ਪਿਆਰੇ ਲੱਗਦੇ ਹਨ। ਕੱਚਾ ਕੱਚ ਨੇ ਕੱਚ, ਕਹਿੰਦੇ ਫਿਰ ਜਿਹੜੇ ਕੱਚੇ ਨੇ, ਕੱਚੀ ਮਿੱਟੀ ਦਾ ਭਾਂਡਾ ਕੱਚੀ ਮਿੱਟੀ 'ਚ ਹੀ ਰਹਿ ਜਾਣਾ। ਪਾਵਾ ਸਰੀਰ ਮਿੱਟੀ ਆ, ਇਹਨੂੰ ਜਿੰਨਾ ਮਰਜ਼ੀ ਕਰੀਮਾਂ ਲਾ ਲਓ, ਪਾਊਡਰ ਲਾ ਲਓ, ਪਰਫਿਊਮ ਪਾ ਲਓ, ਵਧੀਆ ਕੱਪੜੇ ਪਾ ਲਓ, ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਇਹਨੂੰ ਬਚਾ ਲਾ, ਇਹਨੇ ਬਚਣਾ ਨਹੀਂ, ਕਿਉਂਕਿ ਮਿੱਟੀ ਆ ਤੇ ਮਿੱਟੀ 'ਚ ਜ਼ਰੂਰ ਮਿਲੇਗੀ। ਜਿੱਦਾਂ ਬਾਬਾ ਫਰੀਦ ਸਾਹਿਬ ਜ਼ਿਆਰਤ ਕਰਨ ਗਏ, ਉੱਥੇ ਇੱਕ ਨੌਜਵਾਨ ਨੇ ਸਿਜਦਾ ਕੀਤਾ। ਜਦੋਂ ਸਿਜਦਾ ਕੀਤਾ ਤੇ ਆਪਣਾ ਸਿਰ ਨਹੀਂ ਥੱਲੇ ਲਾਇਆ, ਕਈ ਸਿੰਘ ਇੱਥੇ ਵੀ ਮੱਥਾ ਟੇਕਦੇ ਆ ਤੇ ਐਂ ਜੇ ਕਰ ਦਿੰਦੇ ਆ, ਆਹ ਨਹੀਂ ਲੱਗਦਾ। ਬਾਬਾ ਜੀ ਕਹਿੰਦੇ ਪੁੱਤ ਤੂੰ ਮੱਥਾ ਨਹੀਂ ਚੰਗੀ ਤਰ੍ਹਾਂ ਟੇਕਿਆ। ਕਹਿੰਦੇ ਜੀ ਮੇਰੀ ਪੱਗ ਲਿਬੜਦੀ ਹੈ। ਬਾਬਾ ਫਰੀਦ ਸਾਹਿਬ ਹੱਸ ਪਏ, ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋਏ ਜਾਏ। ਕਹਿੰਦੇ ਪੁੱਤ ਪੱਗ ਮੈਲੀ ਹੁਣ ਤੋਂ ਡਰਦਾ ਹੈ। ਕਹਿੰਦੇ ਜੀ, ਕਹਿੰਦੇ ਠਹਿਰ ਜਾ 4 ਦਿਨ, 5ਵੇਂ ਦਿਨ ਨੂੰ ਤੇਰੀ ਮੌਤ ਆ, ਤੁਸੀਂ ਯਾਦ ਰੱਖੀ। ਹੁਣ ਤੇ ਪੱਗ ਤੋਂ ਡਰਦਾ, ਫਿਰ ਕੀ ਹੋਣਾ, ਸਿਰ ਵੀ ਮਿੱਟੀ ਹਾਏ ਮੱਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ। ਕਹਿੰਦੇ ਤੂੰ ਪੱਗ ਦੀ ਗੱਲ ਕਰਦਾ, ਟੋਆ ਪੁੱਟ ਕੇ ਤੈਨੂੰ ਜਦੋਂ ਦਫਨਾਇਆ ਤੇਰਾ ਸਿਰ ਵੀ ਮਿੱਟੀ 'ਚ ਜਾ ਜਾਣਾ। ਭਾਵਨਾ ਵਾਲੀਆਂ ਰੂਹਾਂ ਜਿਹੜੀਆਂ ਉਹ ਤਾਂ ਸੱਚ ਬੋਲਦੀਆਂ, ਆਪਾਂ ਡਰ ਜਾਈਦਾ ਵੀ ਨਹੀਂ ਜੀ ਇੱਦਾਂ ਦੀ ਗੱਲ ਡਰਾਉਂਦੀ ਆ। ਇਸੇ ਕਰਕੇ ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਰਚਿਆ, ਹੋਰ ਗ੍ਰੰਥ ਰਚੇ ਵੀ ਸਾਨੂੰ ਕਥਾ ਸੁਣੀਏ ਤੇ ਥੋੜੀ ਜਿਹੀ ਅਕਲ ਆ ਜੇ। ਤਾਈਓ ਤੇ ਅਸੀਂ ਬਹੀਦਾ ਨਹੀਂ, ਪਹਿਲਾਂ ਹੀ ਮੱਥਾ ਟੇਕ ਕੇ ਭੱਜ ਜਾਈਦਾ। ਉਹ ਜਿੱਦਾਂ ਕਿਸੇ ਮਾਂ ਦਾ ਬੱਚਾ ਚੋਰ ਸੀ, ਚੋਰੀਆਂ ਕਰੇ ਤੇ ਉਹਨੇ ਕਿਹਾ ਪੁੱਤ 2 ਗੱਲਾਂ ਦਾ ਧਿਆਨ ਰੱਖੀ, 3 ਦਾ। ਕਹਿੰਦੇ ਮਾਂ ਕੀ? ਕਹਿੰਦੇ ਪੁੱਤ ਇੱਕ ਤੇ ਗੁਰਦੁਆਰੇ ਨਹੀਂ ਜਾਣਾ,
ਆਖੋ ਸਤਨਾਮ। ਵਾਹਿਗੁਰੂ। ਅੱਜ ਵੀ ਕਈ ਬੰਦੇ ਕਹਿੰਦੇ ਵੀ ਗਰਾਈ 5 ਲੱਖ ਦੇ ਦੂੰ ਮੈਂ, ਗੁਰਦੁਆਰਾ ਪਿੰਡ 'ਚ ਨਵਾਂ ਬਣਾਉਂਦਾ ਇਹਨੂੰ 5 ਪਹਿਲਾਂ 6ਵਾਂ ਹੋਰ ਬਣਾਉਣਾ, ਘੱਟ ਅੱਗੇ ਇੱਕ ਅੱਧਾ ਹੋਰ ਬਣਾਉਣਾ। 6ਵਾਂ ਬਣਦਿਆ ਤੇ ਕਹਿੰਦਾ 5 ਲੱਖ ਰੁਪਇਆ ਮੁੰਡੇ ਨੂੰ ਅਮਰੀਕਾ 'ਚ ਫੋਨ ਕੀਤਾ ਵੀ ਦੇ ਦੂੰਗਾ, ਪਰ ਜੇ ਕਹੂੰ ਗੁਰਦੁਆਰੇ ਆ ਕੇ ਪਾਠ ਸੁਣੇ, ਕੀਰਤਨ ਕਥਾ, ਇਹ ਜਵਾਬ ਜੇ। ਗੁਰਦੁਆਰਾ ਬਣਾ ਲਓ ਭਾਵੇਂ 1 ਦੇ 2 ਬਣਾ ਲਓ, ਪਰ ਮੈਂ ਵਿੱਚ ਬਹਿਣਾ ਨਹੀਂ, ਇਹ ਮੇਰੇ ਤੋਂ ਪਹਿਲਾਂ ਲਿਖਾ ਲਓ, ਪੜ੍ਹ ਕੇ ਨਾ ਮੈਨੂੰ ਆਖਿਓ ਵੀ ਤੂੰ ਇੱਥੇ ਲਾਗੇ ਬਹਿ। ਉਹ ਬੱਚਾ ਚੋਰੀਆਂ ਕਰੇ ਤੇ ਉਹਦੀ ਮਾਂ ਕਹਿੰਦੀ ਪੁੱਤ 3 ਚੀਜ਼ਾਂ ਨੂੰ ਯਾਦ ਰੱਖੀ, ਇੱਕ ਤੇ ਗੁਰਦੁਆਰੇ ਨਹੀਂ ਜਾਣਾ, ਇੱਕ ਮੰਦਿਰ 'ਚ ਨਹੀਂ ਜਾਣਾ, ਤੇ ਇੱਕ ਸਕੂਲ ਦੇ ਲਾਗਿਓਂ ਵੀ ਨਹੀਂ ਲੰਘਣਾ। ਬੱਚਾ ਭੋਲਾ ਸੀ ਪਰ ਮਾਂ ਸ਼ੈਤਾਨ ਸੀ। ਮਾਂ ਨੂੰ ਪਤਾ ਜੇ ਗੁਰਦੁਆਰੇ ਚਲੇ ਗਿਆ, ਅੱਗੇ ਕਥਾ ਹੁੰਦੀ ਹੋਈ ਤੇ ਭਾਈ ਦਾ ਰਵੇ ਕੱਖ ਨਾ, ਉਹਨੇ ਇਹਨੂੰ ਸੱਚ ਦੱਸਣਾ, ਇਹਨੇ ਆ ਕੇ ਚੋਰੀ ਛੱਡ ਦੇਣੀ, ਸਾਡੇ ਘਰ ਦਾ ਭੱਠਾ ਬਹਿ ਜਾਣਾ। ਹੁਣ ਕਈ ਬੰਦੇ 2 ਨੰਬਰ ਦਾ ਧੰਦਾ ਕਰਦੇ ਆ, ਕਿਉਂ ਨਹੀਂ ਬਹਿੰਦੇ ਕਥਾ 'ਚ? ਪਤਾ ਵੀ ਇੱਥੇ ਸੱਚੀ ਕਥਾ ਹੋਣੀ, ਤੂੰ ਅੰਦਰ ਨੂੰ ਮੁੜ ਕੇ ਲੱਗਣੀ, ਉਹ ਛੇਤੀ ਛੇਤੀ ਹੱਲੇ ਨਾ ਨਿਕਲ ਜਾਂਦੇ। ਆਪਕੋ ਸਤਨਾਮ। ਕਿਉਂ ਇੱਥੋਂ ਦੇ ਭੱਜ ਲਾਂਗੇ ਤੇ ਮਾਰੇ ਕਹਿੰਦੇ ਉੱਥੇ ਮੇਰੇ ਕੋਲ ਹੋਣਾ। ਕਈ ਵਾਰੀ ਆਪਾਂ ਕਿਸੇ ਅਫਸਰ ਨਾਲ ਵਿਗਾੜੀ ਹੁੰਦੀ ਨਾ, ਤੇ ਕਈ ਵਾਰੀ ਕੰਮ ਪੈ ਜਾਂਦਾ ਤੇ ਜਾਂਦਿਆਂ ਨੂੰ ਉਹ ਅੱਗੇ ਬੈਠਾ ਹੁੰਦਾ, ਫਿਰ ਬੰਦਾ ਲੁਕਦਾ ਜਾਂ ਫਿਰਦਾ ਵੀ ਹੁਣ ਕਿਹੜੇ ਮੂੰਹ ਲੈ ਕੇ ਅੱਗੇ ਜਾਵਾਂ, ਵੀ ਇਹਨੂੰ ਤਾਂ ਮੈਂ ਗਲਤ ਬੋਲਿਆ। ਫਿਰ ਆਪਾਂ ਫੈਲ ਰੱਖ ਕੇ ਨੀਵੀਂ ਜੀ ਪਾਈ ਦੀ, ਉਹ ਕਹਿੰਦਾ ਹਾਂ ਆ ਗਿਆ ਹੁਣ ਕਿਧਰ ਭੱਜਣਾ ਪੁੱਤ। ਇਸੇ ਤਰ੍ਹਾਂ ਰੱਬ ਦਾ ਦਰਬਾਰ ਹੈ, ਇੱਥੇ ਜਿੰਨੇ ਮਰਜ਼ੀ ਪੁੱਠੇ ਸਿੱਧੇ ਕੰਮ ਕਰ ਲੋ ਲੋਕੇ, ਪਰ ਜਦੋਂ ਆਪਣਾ ਸਿਵਾ ਬਲਣਾ ਹੈ ਫਿਰ ਉੱਥੇ ਪੇਸ਼ ਹੋਣਾ ਪੈਣਾ। ਉੱਥੇ ਦਫ਼ਤਰ ਹੈ ਜਿੱਥੋਂ ਡਿਊਟੀਆਂ ਲੱਗਦੀਆਂ। ਮਹਾਰਾਜ ਦੀ ਬਾਣੀ ਨੇ ਕਿਹਾ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜ ਮਾਲਿਆ। ਉੱਥੇ ਤੇ ਭਾਵੇਂ ਸਰਕਾਰਾਂ ਹੋਣ ਤੇ ਭਾਵੇਂ ਕੋਈ ਵੀ ਹੋਵੇ, ਮੰਤਰੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਇੱਥੇ ਜਿਨ੍ਹਾਂ ਦੀਆਂ ਬੱਦੀਆਂ ਛੁੱਟਦੀਆਂ ਉੱਥੇ ਇਹ ਵੀ ਬੰਨੇ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਵੱਡਾ ਹੈ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਜਾ ਕੇ ਰੁੱਖ ਬਿਰਖ ਆਰਾਓ। ਕਹਿੰਦੇ ਜਿਸ ਪਰਮੇਸ਼ਰ ਨੇ ਰੁੱਖ ਬਿਰਖ ਸਾਰੀ ਧਰਤੀ ਦੇ ਉੱਤੇ ਇਹ ਸਾਰੇ ਸਾਜੇ ਹਨ, ਇਹੀ ਧਾਤ ਤੇਹਾ ਤਿਨ ਨਾਉ। ਕਹਿੰਦੇ ਜਿੱਦਾਂ ਦੀ ਕੋਈ ਧਾਤ ਸੀ ਉਦਾਂ ਦਾ ਉਹਦਾ ਨਾਂ ਰੱਖਤਾ। ਕਿੱਕਰ, ਕੇਲਾ, ਸੇਬ, ਸੰਗਤਰਾ, ਸੋਨਾ, ਚਾਂਦੀ, ਇਹ ਸਾਰੇ ਨਾਮ ਪਰਮੇਸ਼ਰ ਨੇ ਰੱਖੇ ਆ। ਕਰੇਲਾ ਕੀ, ਤਾਰ ਕੀ। ਕਈ ਵਾਰੀ ਬੰਦਾ ਹੈਰਾਨ ਜਿਹਾ ਹੁੰਦਾ ਵੀ ਇਹ ਚੀਜ਼ਾਂ ਦੇ ਨਾਂ ਕਿੰਨੇ ਰੱਖੇ ਹੋਣਗੇ। ਸ੍ਰਿਸ਼ਟੀ ਜਦੋਂ ਆਰੰਭ ਹੋਈ ਵੀ ਮੰਨ ਲਓ ਹੁਣ ਪੱਥਰ ਹੈ, ਇਹ ਪੱਖਾ ਵਾ, ਆ ਚੌਰ ਸਾਹਿਬ, ਇਹਨਾਂ ਦੇ ਨਾਂ ਕਿੰਨੇ ਰੱਖੇ ਆ। ਅੱਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆਂ ਇਹ ਪਰਮੇਸ਼ਰ ਦੀ ਖੇਡ ਹੀ, ਜਿੱਦਾਂ ਦੀ ਕੋਈ ਧਾਤ ਸੀ ਉਹਨੂੰ ਉਦਾਂ ਦਾ ਨਾਮ ਦਿੱਤਾ। ਆਪਾਂ ਨੂੰ ਬੰਦਾ ਕਿਹਾ, ਇਹਨਾਂ ਨੂੰ ਬੀਬੀਆਂ ਕਿਹਾ। ਇਹ ਖੇਡ ਉਹਦੀ ਹੈ। ਕਈ ਵਾਰੀ ਹੈਰਾਨੀ ਹੁੰਦੀ ਵਾਕਿਆ ਵੀ ਇਹ ਚੀਜ਼ ਦਾ ਨਾਂ ਗਲਤ ਵੀ ਹੋ ਸਕਦਾ ਸੀ। ਇਹ ਚੀਜ਼ ਚਾਂਦੀ, ਸਿਲਵਰ, ਲੋਹਾ, ਲੱਕੜ, ਇਹ ਸਾਰੇ ਨਾਮ ਪਰਮੇਸ਼ਰ ਨੇ ਰੱਖ ਦਿੱਤੇ। ਫੁੱਲ ਭਾਉ ਫਲ ਲਿਖਿਆ ਪਾਏ। ਕਹਿੰਦੇ ਭਾਵਨਾ ਦਾ ਫੁੱਲ ਜਿਹਦੇ ਕੋਲ ਆ ਨਾ, ਉਹਦੀ ਝੋਲੀ 'ਚ ਫਲ ਜ਼ਰੂਰ ਪਊਗਾ। ਕਿਉਂਕਿ ਭਾਵਨਾ ਤੋਂ ਬਿਨਾਂ ਨਾ ਤੇ ਪਾਠ ਹੀ ਸੁਣਿਆ ਜਾਂਦਾ ਹੀ, ਨਾ ਗੁਰਦੁਆਰੇ ਆਇਆ ਜਾਂਦਾ, ਤੇ ਨਾ ਪਰਮੇਸ਼ਰ ਨੂੰ ਧਿਆਨ ਹੀ ਜੋੜਿਆ ਜਾਂਦਾ। ਇੱਕ ਭਾਵਨਾ ਹੀ ਹੈ ਜਿਹਦਾ ਬੱਧਾ ਮਹਾਰਾਜ। ਹੁਣ ਕਈਆਂ ਦੀ ਭਾਵਨਾ ਖਤਮ ਹੋ ਗਈ, ਉਹ ਕਹਿੰਦੇ ਹੈਗਾ ਹੀ ਨਹੀਂ ਰੱਬ, ਕੁਛ ਨਹੀਂ ਹੈਗਾ। ਉਹ ਤੇ ਆਪਣੇ ਮਾਂ ਪਿਓ ਨੂੰ ਵੀ ਕਹਿੰਦੇ ਪਤਾ ਨਹੀਂ ਸਾਡਾ ਮਾਂ ਪਿਓ ਅਸਲੀ ਕਿ ਨਕਲੀ ਆ। ਕੋ ਸਤਨਾਮ। ਵਾਹਿਗੁਰੂ। ਇੱਕ ਭਾਵਨਾ ਹੀ ਹੁੰਦੀ ਹੈ ਜਿਹੜੀ ਰਿਸ਼ਤੇ ਨਿਭਾਉਂਦੀ। ਹੁਣ ਪਤੀ ਪਤਨੀ ਦੇ ਵਿੱਚ ਕੀ ਹੈ? ਵਿਸ਼ਵਾਸ। ਪਤੀ ਨੂੰ 25 ਸਾਲ ਹੋ ਗਏ ਇੰਗਲੈਂਡ, ਪਤਨੀ ਮਗਰ ਕੱਲੀ ਰਹਿ ਰਹੀ ਹੈ। ਕਿੱਦਾਂ ਰਿਸ਼ਤਾ ਨਿਭ ਰਿਹਾ? ਇੱਕ ਵਿਸ਼ਵਾਸ। ਜਿੱਦਣ ਵਿਸ਼ਵਾਸ ਟੁੱਟ ਗਿਆ ਤੇ ਰਿਸ਼ਤਾ ਖਤਮ। ਮਾਂ ਪਿਓ ਦੇ ਨਾਲ ਕੀ ਇੱਕ ਵਿਸ਼ਵਾਸ ਹੈ ਵੀ ਇਹ ਮੇਰੀ ਮਾਂ, ਇਹਨੇ ਮੈਨੂੰ ਜੰਮਿਆ ਪਾਲਿਆ, ਦੁੱਧ ਪਿਆਇਆ, ਮੇਰਾ ਗੰਦ ਮੂਤ ਧੋਤਾ। ਜਿੱਦਣ ਵਿਸ਼ਵਾਸ ਟੁੱਟ ਗਿਆ ਉਦਣ ਮਾਂ ਖਤਮ। ਅੱਜ ਇਹੋ ਤੁਹਾਡਾ ਅਗਲੇ ਤੋੜਨਾ ਚਾਹੁੰਦੇ ਆ ਵੀ ਇਹਨਾਂ ਦਾ ਰਿਸ਼ਤਾ ਸਰੋਵਰ ਦੇ ਨਾਲ ਹੈ, ਉਹ ਵੀ ਤੋੜ ਦਿਓ। ਇਹਨਾਂ ਦਾ ਰਿਸ਼ਤਾ ਬੌਲੀ ਦੇ ਨਾਲ, ਉਹ ਵੀ ਤੋੜ ਦਿਓ। ਇਹਨਾਂ ਦਾ ਰਿਸ਼ਤਾ ਸਿੱਖ ਇਤਿਹਾਸ ਦੇ ਨਾਲ ਹੈ, ਉਹ ਵੀ ਤੋੜ ਦਿਓ। ਇਹਨਾਂ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਵੀ ਬੰਦ ਕੱਟੇ ਗਏ, ਪਰ ਇਹਨਾਂ ਸੁਖਮਨੀ ਸਾਹਿਬ ਨਹੀਂ ਛੱਡਿਆ। ਅੱਜ ਅਗਲੇ ਕਹਿੰਦੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੀ ਤੋੜ ਦਿਓ। ਤੋ ਇਹ ਰਿਸ਼ਤੇ ਭਾਵਨਾ ਕਰਕੇ ਜੁੜੇ, ਅਗਲੇ ਤੁਹਾਡੀ ਭਾਵਨਾ ਖਤਮ ਕਰੀ ਜਾਂਦੇ ਆ, ਬੱਚਿਆਂ ਨੂੰ ਦੂਜੇ ਪਾਸੇ ਲਾਈ ਜਾਂਦੇ ਆ। ਜਿਹੜਾ ਵੀ ਸੱਚ ਬੋਲਦਾ ਉਹਦੀ ਮੌਤ ਨਿਸ਼ਚੈ ਹੈ। ਕਿਉਂਕਿ 3 ਚੀਜ਼ਾਂ ਸੀ। ਸੋਚ ਸੀ ਦੀਪ ਸਿੱਧੂ ਕੋਲੇ, ਇੰਗਲੈਂਡ ਦੀ ਪੱਕੀ ਸਿਟੀਜ਼ਨ ਛੱਡ ਕੇ ਆਇਆ ਸੀ, ਸੋਚ ਲੈ ਕੇ ਆਇਆ ਸੀ ਵੀ ਮੇਰੀ ਧਰਤੀ ਗੁਰੂਆਂ ਪੀਰਾਂ ਦੀ। ਅਗਲਿਆਂ ਸੋਚ ਵੀ ਖੋਲੀ, ਠੀਕ ਹੈ ਜੀ। ਤੇ ਮਗਰੋਂ ਖੇਡ ਸੀ ਸਾਡੇ ਕੋਲੇ ਕਬੱਡੀ, ਜਿਹੜੀ ਸਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਇੱਧਰ ਨੂੰ ਜਜ਼ਬਾ ਸੀ, ਉਹ ਵੀ ਖੇਡ ਵੀ ਅਗਲਿਆਂ ਖਤਮ ਕਰਤੀ।
ਤੀਜੀ ਸੀ ਲਿਖਤ। ਸਾਡੇ ਕਲਾਕਾਰ ਜਿਹੜੇ ਵੀਰ ਹੈ, ਮੈਂ ਗਲਤ ਨਹੀਂ ਕਹਿੰਦਾ ਕਿਸੇ ਨੂੰ, ਇਹ ਸੱਚ ਹੈ ਵੀ ਅੱਜ ਸਾਡੇ ਬੱਚੇ ਕੀਰਤਨ ਕਥਾ ਨਾਲੋਂ ਟੁੱਟ ਚੁੱਕੇ ਆ, ਕਲਾਕਾਰਾਂ ਨਾਲ ਜੁੜ ਗਏ। ਤੇ ਜੇ ਕਲਾਕਾਰ ਸਕੂਟਰ ਲਿਆਉਂਦਾ ਤੇ ਸਾਰੇ ਬੱਚੇ ਸਕੂਟਰ ਲੈ ਆਉਂਦੇ ਆ, ਜੇ ਕਲਾਕਾਰ ਟਰੈਕਟਰ ਲਿਆਉਂਦਾ ਤੇ ਬੱਚੇ ਟਰੈਕਟਰ ਸ਼ਿੰਗਾਰਦੇ ਆ, ਜੇ ਕਲਾਕਾਰ ਪੱਗ ਬੰਨ੍ਹ ਲੈਂਦਾ ਤੇ ਬੱਚੇ ਸਾਰੇ ਪੱਗਾਂ ਬੰਨ੍ਹਣ ਲੱਗ ਪੈਂਦੇ ਆ। ਇਸ ਵੇਲੇ ਉਹ ਗੁਰੂ ਘਰ ਤੇ 5-5 ਪਿੰਡ 'ਚ ਵੜਦਾ ਕੋਈ ਨਹੀਂ। ਅਗਲਿਆਂ ਨੇ ਵੇਖਿਆ ਵੀ ਇਹਨਾਂ ਦੇ ਕਲਾਕਾਰ ਵੀ ਹੁਣ ਇੱਧਰ ਨੂੰ ਮੁੜੇ, ਕੇਸਾਂ ਦੀ ਗੱਲ ਕਰਨ ਲੱਗ ਪਏ, ਪੱਗ ਦੀ, ਪਾਣੀ ਦੀ ਗੱਲ ਕਰਨ ਲੱਗ ਪਏ, ਪੰਜਾਬ ਦੀ। ਉਹਨਾਂ ਵੇਖਿਆ ਵੀ ਅਸੀਂ ਤੇ ਬਰਬਾਦ ਕੀਤਾ ਇਹ ਕੌਮ ਨੂੰ, ਪਰ ਇਹ ਗੁਰੂ ਘਰਾਂ ਵੱਲੋਂ ਤੋੜੇ, ਹੁਣ ਅਖੰਡ ਪਾਠ ਤੋਂ ਤੋੜੇ, ਕੀਰਤਨ ਕਥਾ ਤੋਂ ਤੋੜੇ ਆ, ਤੇ ਇਹਨਾਂ ਨੂੰ ਅਸੀਂ ਲੱਚਰ ਗਾਇਕੀ 'ਚ ਜੋੜਿਆ। ਪਰ ਹੁਣ ਇਹਨਾਂ ਦੇ ਬੱਚੇ ਗਾਇਕੀ ਵਿੱਚ ਆ ਕੇ ਵੀ ਆਪਣਾ ਪ੍ਰਚਾਰ ਸ਼ੁਰੂ ਕਰੀ ਜਾਂਦੇ ਆ। ਅਗਲਿਆਂ ਸਾਡੀ ਲਿਖਤ ਵੀ ਖੋਲੀ, ਬੜੀ ਗੰਭੀਰ ਗੱਲ ਹੈ, ਸੋਚਣ ਵਾਲੀ। ਖੇਡ ਵੀ ਖੋਲੀ, ਸੋਚ ਵੀ ਖੋਲੀ, ਤੇ ਸਾਡੀ ਕਲਮ ਵੀ ਖੋਲੀ, ਜਿਹਦੇ ਨਾਲ ਅਸੀਂ ਆਪਣੇ ਹੱਕ ਜਿਹੜੇ ਦੁਨੀਆ 'ਚ ਦੱਸਦੇ ਸੀ। ਸੁਮਾਰੇ ਸੱਚੇ ਪਾਤਸ਼ਾਹ ਦੀ ਖੇਡ ਹੈ। ਸੁਮਾਰੇ ਕਹਿੰਦੇ ਫੁੱਲ ਭਾਉ ਫਲ ਲਿਖਿਆ ਪਾਏ, ਜਿੱਦਾਂ ਦੀ ਕਿਸੇ ਦੀ ਭਾਵਨਾ ਉਹਦੀ ਮਹਾਰਾਜ ਉਦਾਂ ਹੀ ਝੋਲੀ ਭਰ ਦਿੰਦੇ ਹਨ। ਆਪ ਬੀਜ ਆਪੇ ਹੀ ਖਾਏ। ਕਹਿੰਦੇ ਜਿਹੋ ਜਿਹਾ ਬੀਜ ਬੰਦਾ ਬੀਜ ਲੈਂਦਾ ਹੈ ਉਹਨੂੰ ਉਹ ਛਕਣਾ ਪੈਂਦਾ ਹੈ। ਉਹ ਵੱਖਰੀ ਗੱਲ, ਟਾਈਮ ਲੱਗਦਾ ਥੋੜਾ ਜਿਹਾ। ਹੁਣ ਅੱਜ ਝੋਨਾ ਲੱਗਣ ਦਿਆ, ਸਵੇਰੇ ਤੇ ਪੱਕਣਾ ਨਹੀਂ, ਇਹਨੂੰ 6 ਮਹੀਨੇ ਲੱਗਣੇ ਆ, ਫਿਰ ਪੱਕਣਾ ਹੀ। ਇਸੇ ਕਰਕੇ ਜੋ ਅੱਜ ਆਪਾਂ ਕਰ ਰਹੇ ਹਾਂ ਨਾ, ਐਡੀ ਛੇਤੀ ਨਹੀਂ ਜਵਾਬ ਆਉਣਾ, ਆਊਗਾ ਪਰ ਟਾਈਮ ਪਾ ਕੇ ਆਊਗਾ। ਹੁਣ ਜਿਹੜੇ ਪਿਛਲੇ ਕੀਤੇ ਉਹ ਆਪਾਂ ਨੂੰ ਮਿਲ ਗਿਆ, ਇੱਥੇ ਭੁਗਤਣ ਦੇ ਆ। ਜਿਹੜਾ ਹੁਣ ਕਰਨ ਦਾ ਇਹ ਫਲ ਅੱਗੇ ਜਾ ਕੇ ਮਿਲ ਜਾਵੇਗਾ। ਕੱਚੀ ਕੰਧ ਕੱਚਾ ਵਿੱਚ ਰਾਜ। ਇਹਦੇ ਸਰੀਰ ਕੱਚੀ ਮਿੱਟੀ ਆ, ਇੱਕ ਰਾਜ ਹੈ ਇਸ ਮਿੱਟੀ ਦਾ, ਇਹਨੇ ਮਿੱਟੀ 'ਚ ਮਿਲ ਜਾਣਾ ਹੈ। ਮਤ ਅਲੂਣੀ ਫਿੱਕਾ ਸਾਧ। ਕਹਿੰਦੇ ਆਪਣੀ ਮੱਤ ਜਿਹੜੀ ਅਲੂਣੀ ਹੈ, ਫਿੱਕਾ ਸਾਧ ਭਾਵ ਜਿਹੜੀ ਆਨੰਦ ਦੀ ਦੁਨੀਆ ਹੈ, ਪਿਆਰ ਦੀ ਦੁਨੀਆ ਹੈ, ਉਹ ਖਤਮ ਹੋ ਜਾ ਰਹੀ। ਫਿੱਕਾਪਨ ਜਿਹੜਾ ਹੈ, ਨਾਨਕ ਆਣੇ ਆਵੇ ਰਾਸ। ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਧਰਤੀ ਤੇ ਰਾਸ ਹੋਇਆ। ਜੀ ਆਇਆ ਕੌਣ? ਵੇਣ ਨਾਵੇ ਨਾਹੀ ਸਾਬਾਸ। ਕਹਿੰਦੇ ਜਿਨ੍ਹਾਂ ਦੇ ਕੋਲ ਕੋਈ ਪਰਮੇਸ਼ਰ ਦੀ ਬੰਦਗੀ ਨਹੀਂ, ਕੋਈ ਸਿਮਰਨ ਨਹੀਂ, ਕੋਈ ਭਲਾ ਕੰਮ ਨਹੀਂ, ਉਹਨਾਂ ਨੂੰ ਸ਼ਾਬਾਸ਼ ਨਹੀਂ ਮਿਲਣੀ। ਸੋ ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰਦੇ ਹਾਂ। ਬੇਅੰਤ ਭੁੱਲਾਂ ਹੋ ਜਾਂਦੀਆਂ, ਮਾਫ ਕਰ ਦੇਣੀਆਂ। ਪੂਰੇ ਦੀ ਕਥਾ ਅਧੂਰੇ ਨਹੀਂ ਕਰ ਸਕਦੇ, ਸੋ ਇਸ ਕਰਕੇ ਮਹਾਰਾਜ ਆਪ ਹੀ ਸੇਵਾ ਕਰਾ ਲੈਂਦੇ। ਜਿੰਨਾ ਚਿਰ ਸਵਾਸ ਚੱਲਦੇ ਆ ਉਹਨਾਂ ਚਿਰ ਕਰਾਂਗੇ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਣਕਾ। ਵੀ ਕਦੋਂ ਇਸ ਭਾਂਡੇ ਨੇ ਜਵਾਬ ਦੇ ਜਾਣਾ। ਆਖੋ ਸਤਿਨਾਮ ਵਾਹਿਗੁਰੂ। ਬਾਕੀ ਸਾਧ ਸੰਗਤ ਸਬਰ ਰੱਖਿਆ ਕਰੋ, ਸਬਰ। ਆਪਾਂ ਸਾਰੇ ਦੁਖੀ ਆ, ਹਰ ਬੰਦਾ ਕੋਈ ਨਾ ਕੋਈ ਅਰਦਾਸ ਲੈ ਕੇ ਆਇਆ ਮਹਾਰਾਜ ਦੇ ਘਰ। ਸਬਰ ਬੜੀ ਚੀਜ਼ ਹੈ। ਸਬਰ ਤੋਂ ਯਾਦ ਆ ਗਿਆ ਇੱਕ ਚੀਜ਼ ਕਹਿ ਕੇ ਅਰਦਾਸ ਕਰਦੇ। ਹਜ਼ਰਤ ਨਿਜ਼ਾਮੂਦੀਨ ਔਲੀਆ ਉਹ ਜ਼ਿਆਰਤ ਕਰਕੇ ਨਾ ਵਾਪਸ ਆ ਰਹੇ ਸੀ, ਤੇ ਰਸਤੇ ਦੇ ਵਿੱਚ ਨਾ ਨਮਾਜ਼ ਦਾ ਸਮਾਂ ਹੋ ਗਿਆ, ਤੇ ਇੱਕ ਲਾਗੇ ਹੁਜਰਾ ਸੀ, ਤਕੀਆ ਸੀ, ਸਾਫ ਸੁੰਦਰ ਜਗ੍ਹਾ। ਤੇ ਸਾਈਂ ਨੇ ਸੋਚਿਆ ਵੀ ਇਹਦੇ ਵਿੱਚ ਰੱਬ ਰੱਬ ਕਰ ਲੈਂਦੇ। ਆਖੋ ਸਤ। ਮੁਸਲਮਾਨ ਪੱਕੇ ਬਹੁਤ, 5 ਵਕਤ ਟਾਈਮ ਦਿੰਦੇ ਅੱਲਾ। ਉਹ ਵੀ ਤਾਂ ਕਰਕੇ ਕਿਉਂਕਿ ਉਹ ਖਾਨਾ ਜੰਗੀ ਲੋਕ ਸੀ, ਮਾਸ ਖਾਣ ਵਾਲੇ ਬੱਦੂ ਲੋਕ ਸੀ। ਮਹਾਰਾਜ ਨੇ ਵੇਖਿਆ ਇਹਨਾਂ ਦੇ ਅੰਦਰ ਜਿਹੜੇ ਆ ਬਹੁਤ ਦਹਿਸ਼ਤ ਵਾਲੇ, ਇਹਨਾਂ ਨੂੰ 5 ਵਕਤ ਜੋੜਿਆ ਰੱਬ ਨਾਲ ਵੀ ਜੁੜੇ ਰਹਿਣ। ਸਾਨੂੰ 2 ਵਕਤ ਜੋੜਿਆ ਸਵੇਰੇ ਸ਼ਾਮ। ਉਹਨਾਂ ਨੂੰ 5 ਨਮਾਜ਼ਾਂ ਦੇ ਗਏ ਮੁਹੰਮਦ ਸਾਹਿਬ ਵੀ ਇਹ ਜੇ 5 ਵਕਤ ਜੁੜਨਗੇ ਤੇ ਜੁੜੇ ਰਹਿਣਗੇ, ਨਹੀਂ ਤੇ ਇਹਨਾਂ ਨੇ ਤਬਾਹੀ ਮਚਾ ਦੇਣੀ। ਤੋ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਸਕੂਨ ਲੈਨੇ, ਝੱਟ ਰੱਬ ਰੱਬ ਕਰਦੇ ਆ। ਅਸਲੀ ਗਹਿਣਾ ਤੇ ਇਹੋ ਹੀ ਹੈ। ਉਹ ਜਦੋਂ ਤਕੀਏ ਦੇ ਅੰਦਰ ਜਾਣ ਲੱਗੇ ਤੇ ਬਾਹਰ ਇੱਕ ਮੇਰੇ ਵਰਗਾ ਬੈਠਾ ਗਰੀਬ, ਕੱਪੜੇ ਉਹਦੇ ਪਾਟੇ, ਪੈਰਾਂ 'ਚ ਜੋੜਾ ਨਹੀਂ, ਕੌਲਾ ਲੈ ਕੇ ਬੈਠਾ, ਰੁਪਈਆ ਮੰਗਦਾ। ਤੇ ਹਜ਼ਰਤ ਸਾਹਿਬ ਕਹਿੰਦੇ ਕਾਕਾ ਉਰੇ ਆਈ, ਧਿਆਨ ਦੇ ਕੇ ਸੁਣਿਓ, ਸਬਰ। ਕਹਿੰਦੇ ਬੇਟਾ ਮੇਰਾ ਘੋੜੀ ਜਿਹੜੀ ਹੈ ਨਾ ਇਹਦਾ ਲਗਾਮ ਪਕੜ ਲਾ, ਤੇ ਮੈਂ ਬਸ ਨਮਾਜ਼ ਅਦਾ ਕਰਕੇ ਆਇਆ, ਤੇ ਆ ਕੇ ਤੇਰਾ ਮੈਂ ਧੰਨਵਾਦ ਕਰਾਂ।
ਉਹ ਲਗਾਮ ਚਾਂਦੀ ਦੀ ਸੀ ਜਿਹੜੀ ਘੋੜੀ ਨੂੰ ਪਾਈ ਸੀ। ਤੇ ਉਹ ਅੰਦਰ ਜਾ ਕੇ ਤੇ ਆਪਣੇ ਖੁਦਾ ਦੇ ਨਾਲ ਪਿਆਰ ਕਰਦੇ ਕਰਦੇ ਨਾ ਜਦੋਂ ਨਮਾਜ਼ ਪੜ੍ਹੀ ਤੇ ਮਨ 'ਚ ਆਇਆ, ਅੰਦਰ ਹੀ ਹੁੰਦਾ ਬੰਦੇ ਦਾ, ਦਿਆਲ ਹੋ ਜੇ ਤੇ ਨਾ ਹੋ ਜੇ, ਇੱਦਾਂ ਹੀ ਵੈਸੀ ਤੇ ਜੇ ਤੇ ਉਹਨਾਂ ਦਾ ਮਨ ਵਿੱਚ ਮਹਾਰਾਜ ਵਸ ਜੇ ਤੇ ਉਹ ਸੱਸਾ ਪੈ ਜਾਣਾ, ਨਹੀਂ ਤੇ ਉਹ ਫਿਰ ਫੋਲੀ ਆਉਂਦੇ ਅਗਲਾ ਪਿਛਲਾ। ਇਹਦੀ ਖੇਡ ਬਾਪੂ ਦੀ ਆ। ਫਿਰ ਉੱਥੇ ਗੱਲ ਆਉਂਦੀ ਹੈ ਦਰਦੇਵਨ ਹਾਰੇ ਕਹਿ ਹੱਥ। ਕਈ ਬੰਦੇ 26 ਲੱਖ ਸ਼ੋਅ ਕਰੀ ਫਿਰਦੇ, ਕਈ ਕੁਝ, ਕਈਆਂ ਦੇ 45-50 ਹਜ਼ਾਰ ਵੀ ਨਹੀਂ ਹੁੰਦਾ, ਚੱਕ ਵੀ ਆ। ਧਿਆਨ ਦੇਣਾ, ਸਬਰ ਰੱਖੋ, ਬੜਾ ਆਨੰਦ ਹੈ। ਉਹ ਜਦੋਂ ਨਮਾਜ਼ ਪੜ੍ਹ ਕੇ ਹਟੇ ਤੇ ਮਨ 'ਚ ਆਇਆ ਵੀ ਅੱਜ ਜਿੰਨੇ ਮੇਰੀ ਘੋੜੀ ਦੀ ਲਗਾਮ ਪਕੜੀ ਨਾ, ਅੱਜ ਇਹਨੂੰ ਇਹ ਲਗਾਮ ਮੈਂ ਗਿਫਟ ਕਰ ਦੇਣੀ ਹੈ, ਇਹਨੂੰ ਦੇ ਜਾਣੀ ਅੱਜ। ਮਨ ਖੁਸ਼ ਹੋਇਆ। ਜਦੋਂ ਬਾਹਰ ਆਏ ਨਾ ਤੇ ਕੀ ਵੇਖਿਆ ਉੱਥੇ, ਨਾ ਉਹ ਬੰਦਾ ਹੀ ਹੈਗਾ ਤੇ ਨਾ ਲਗਾਮ ਹੀ ਹੈਗੀ, ਘੋੜੀ ਇਕੱਲੀ ਖੜੋਤੀ ਆ। ਕੋ ਉਹ ਲੈ ਕੇ ਭੱਜ ਗਿਆ, ਚੋਰੀ ਕਰ ਲਈ ਉਹਨੇ। ਚਲੋ ਜੀ, ਹਜ਼ਰਤ ਸਾਹਿਬ ਜਦੋਂ ਘਰੇ ਗਏ ਤੇ ਚੇਲਿਆਂ ਨੂੰ ਕਹਿੰਦੇ ਬੇਟਾ ਪੈਸੇ ਲੈ ਜਾਓ ਤੇ ਲਗਾਮ ਨਵੀਂ ਲੈ ਕੇ ਆਓ ਚਾਂਦੀ ਦੀ। ਕਿਸਮਤ ਮਾੜੀ ਉਹਦੀ, ਜਿਸ ਬਾਜ਼ਾਰ ਦੇ ਵਿੱਚ ਉਹ ਲਗਾਮ ਵੇਚ ਰਿਹਾ ਸੀ ਉਹ ਵੀ ਉੱਥੇ ਪਹੁੰਚ ਗਏ। ਉਹਨਾਂ ਪਛਾਣ ਲਈ ਵੀ ਇਹ ਤਾਂ ਹਜ਼ਰਤ ਸਾਹਿਬ ਦੀ ਘੋੜੀ ਦੀ ਲਗਾਮ ਹੈ। ਉਹਨੂੰ ਕਾਬੂ ਕਰ ਲਿਆ। ਕਹਿੰਦੇ ਜੀ ਤੇਰੀ ਲਗਾਮ ਬਹੁਤ ਸੁੰਦਰ ਹੈ ਤੇ ਤੈਨੂੰ ਸਾਡਾ ਜਿਹੜਾ ਬਾਦਸ਼ਾਹ ਨਾਮ ਦੇਣਾ ਚਾਹੁੰਦਾ। ਜਦੋਂ ਉਹਨੂੰ ਘਰੇ ਲੈ ਕੇ ਆਏ, ਜਦੋਂ ਸਾਹਮਣੇ ਵੇਖਿਆ ਹਜ਼ਰਤ ਸਾਹਿਬ ਨੂੰ ਤਰੇਲੀਆਂ ਪੈ ਗਈਆਂ। ਇਹ ਤੇ ਉਹੀ ਬੰਦਾ ਹੈ ਜਿਨੇ ਮੈਨੂੰ ਕਿਹਾ ਸੀ ਵਫਾਦਾਰੀ ਨਿਭਾਈ, ਤੇ ਆ ਕੇ ਮੈਂ ਤੈਨੂੰ ਕੋਈ ਨਾ ਕੋਈ ਤੇਰਾ ਸੋਚਦਾ ਏ। ਕੰਬਣ ਲੱਗ ਪਿਆ, ਰੋਣ ਲੱਗ ਪਿਆ। ਹਜ਼ਰਤ ਸਾਹਿਬ ਕਹਿੰਦੇ ਬੇਟਾ ਰੋ ਨਾ, ਮੈਂ ਕੁਛ ਨਹੀਂ ਕਹਿੰਦਾ ਤੈਨੂੰ, ਮੇਰੀ ਲਗਾਮ ਆ, ਪੈਸੇ ਵੀ ਮੈਂ ਦਊਂਗਾ, ਪਰ ਬੇਟਾ ਤੂੰ ਬਹੁਤ ਵੱਡੀ ਗਲਤੀ ਕਰ ਲਈ। ਕਹਿੰਦੇ ਜਿਹੜੀ ਚੀਜ਼ ਤੈਨੂੰ 15 ਮਿੰਟ ਬਾਅਦ ਖੁਦਾ ਨੇ ਆਪ ਦੇਣੀ ਸੀ ਨਾ, ਤੂੰ ਥੋੜੀ ਜਿਹੀ ਕਾਹਲੀ ਕਰ ਗਿਆ, ਉਹ ਹਰਾਮ ਦੀ ਚੀਜ਼ ਹਲਾਲ ਤੋਂ ਹਰਾਮ ਬਣ ਗਈ। ਕਿਤੇ 15 ਮਿੰਟ ਸਬਰ ਕਰ ਲੈਂਦਾ ਨਾ ਤੇ ਇਹ ਚੀਜ਼ ਮੈਂ ਤੈਨੂੰ ਆਪ ਦੇਣੀ ਸੀ ਤੇ ਹਲਾਲ ਸੀ, ਪਰ ਤੂੰ ਕਾਹਲੀ ਕਰਕੇ ਚੋਰੀ ਦੇ ਵਿੱਚ ਨਾਲ ਖਾ ਲਿਆ। ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ। ਕਿਤੇ 15 ਮਿੰਟ ਸਬਰ ਕਰਦਾ ਤੇ ਤੈਨੂੰ ਹਲਾਲ ਦਿੰਦਾ, ਪਰ ਤੂੰ ਹਰਾਮ ਹੋਇਆ। ਇਹ ਤੋਂ ਸਿੱਖਿਆ ਇਹ ਮਿਲਦੀ ਹੈ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਦੇਣਾ ਵਾ, ਪਰ ਸਮਾਂ ਅਜੇ ਨਹੀਂ ਆਇਆ। ਸਮਾਂ ਉਹਨੇ ਰੱਖਿਆ ਹੋਇਆ। ਆਪਾਂ ਹੁਣ ਪਹਿਲਾਂ ਹੀ ਭੱਜਣ ਦੇ, ਦੌੜ ਲਾਉਂਦੇ, ਫਿਰ ਧੱਕੇ ਖਾ ਕੇ ਵਾਪਸ ਆ ਜਾਈਦਾ। ਕਈ ਕੰਮ ਆਪਾਂ ਧੱਕੇਸ਼ਾਹੀ ਨਾ ਕਰਨਾ ਚਾਹੁੰਦੇ, ਉਹ ਫਿਰ ਗਲਤ ਹੁੰਦਾ। ਫਿਰ ਆਪਾਂ ਰੋਨੇ ਬਾਬਾ ਵਿਚਾਲਾ ਮਾਰੇ। ਕਹਿੰਦੇ ਜੇਰਾ ਕਰ, ਜਦੋਂ ਤਰੀਕ ਆ ਗਈ, ਸਮਾਂ ਵਕਤ ਆ ਗਿਆ, ਇਹ ਚੀਜ਼ ਜੇ ਤੇਰੀ ਝੋਲੀ 'ਚ ਪੈਣੀ ਨਾ ਤੇ ਮੈਂ ਆਪੇ ਪਾ ਦੇਣੀ ਹੈ, ਇਹਨੂੰ ਕਾਹਲੀ ਨਾ ਕਰੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਆਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਤ। ਕੋਈ ਨਾ ਜਾਣੈ ਤੁਮਰਾ ਅੰਤ, ਸਗਲ ਸਮਗਰੀ ਤੁਮਰੈ ਸੁਤਰ। ਤੁਮਰੀ ਗਤ ਮਿਤ ਤੁਮਰੀ ਜਾਨੀ, ਤੁਧ ਆਗੇ ਅਰਦਾਸ ਹਮਾਰੀ। ਵਹੁ ਨਾਨਕ ਸਭ ਤੇਰੀ ਵਡਿਆਈ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਤੈ ਗੁਰੂ ਨਾਨਕ ਲਈ ਧਿਆਇ। ਜੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਕੋਈ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਮ ਨਿੰਦਾ ਮੈਂ ਧਾਏ। ਸਭ ਥਾਈ ਹੋਏ ਸਹਾਇ।
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਭਗਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਕਿਤ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵੇਦ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜਿਆਰੀਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਬੋਲੋ ਜੀ। ਪ੍ਰੇਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। यहाँ जहाँ खालसा जी साहिब का रचिया रियायत देख तेग फतेह बंद की पैज पंथ की जीत श्री साहिब जी सहाय। खालसा जी के बोल वाले बोलो जी। सिखां नूं सिक्खी दान केस दान रहत दान विवेक दान विसा दान भरोसा दान दाना सरदार नामदान श्री अमृतसर साहिब जी के दर्शन इस्नान चौकियाँ झंडे बुके जुग जुग अटल धर्म का जयकार बोलो जी। सिखां दा मन नीवा मत उची मत पत के राखे आप वाहिगुरु जी हे अकाल पुरख अपने पंथ दे सदा सहाई दातार जियो श्री ननकाना साहिब और गुरुद्वारे गुरधामां दे जिन्हां तो पंथ नूं विछोड़िया गया खुले दर्शन दीदार सेवा संभाल दा दान प्यारे खालसा जी नूं बख्शो निमाणियां दे मान निताणियां दे ताण नियोटियां दी ओट नियासरिया नियासरे सतगुरु श्री गुरु अर्जन देव जी महाराज आप जी दे पावन स्थान गुरुद्वारा बौली साहिब तख्तां बरसो भाईमान धन सतगुरु गुरु ग्रंथ साहिब सच्चे पातशाह चरण कमलां पास अरदास बेनती आप जी ने दर ते प्रवान करनी आप जी ने किरपा कीती। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਨਿਤਨੇਮ ਬਾਣੀਆਂ ਦੇ ਜਾਪ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਲੜੀਵਾਰ ਕਥਾ ਵਿਚਾਰਾਂ ਹੋਈਆਂ ਕਿਰਪਾ ਕਰਨੀ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਆਪ ਜੀ ਦੀ ਕਿਰਪਾ ਲੈ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਜੀ ਦੀਆਂ ਸੰਗਤਾਂ ਨੇ आप जी दे चरण परसे कृपा करनी दर्शन इशनान सबले करनी यात्रा सफल करनी हाजरियां दर परवान करनिया तिल फुल भेटावां दर परवान करनिया सेवा काल थाए पौनी हर मदाने चढ़दी कला फतेह बख्शिश करनी गरीब नवाज बख्शियां दाता विचों आप जी दे हजूर ਅੰਮ੍ਰਿਤ ਕੜਾ ਪ੍ਰਸਾਦੀ ਦੇਗ ਸਜ ਕਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਜਿਨ੍ਹਾਂ ਮਨੋ ਭਾਵਨਾ ਨੂੰ ਲੈ ਕਰਕੇ ਆਪ ਜੀ ਦੀਆਂ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ ਕਿਰਪਾ ਕਰਨੀ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ ਸਤਿਗੁਰ ਜੀ ਕਿਰਪਾ ਕਰੋ
ਅਸੀਸ ਦੇ ਬਚਨ ਇਲਾਹੀ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਪ੍ਰਜੀ ਦਾ ਨਾਮ ਚਿਤਾਵੈ ਨਾਨਕ ਨਾਮ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਕਈ ਅਕਾਲ ਅਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਗੋਚ ਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਛਲਦਾ ਕਰ ਸੇਵੰਦੇ। ਜੋ ਛਲਦਾ ਕਰ ਸੇਵੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਧਰ ਜ਼ਿਰੇ ਇਕ ਟੇਕ ਤੂੰ ਲਾਹੇ ਕਡਾਨੀ ਆਸ। ਨਾਨਕ ਨਾਮ ਧਿਆਈ ਹੈ ਕਾਰਜ ਆਵੇ ਤੁਮਰੀ ਸਰਣ ਤੁਮ ਹੀ ਸਜਣ। ਰਾਖੋ ਰਾਖਣ ਹਾਰ ਦਇਆਲਾ ਨਾਨਕ ਸਤਨਾਮ। ਵਾਹਿਗੁਰੂ ਜੀ ਜੈ ਸਰੀ ਮਹਲਾ ਨਾਵਾਂ। ਮਨ ਰੇ ਸਾਚਾ ਗੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਨੋ। ਸਗਰ ਇਹੋ ਸੰਸਾਰਾ ਮਨ ਰੇ ਸਾਚਾ ਗੋ ਵਿਚਾਰਾ। ਰਾਮ ਨਾਮ ਬਿਨ ਮਿਥਿਆ ਮਨੋ। ਸਗਰੋ ਇਹੋ ਸੰਸਾਰ ਰਹਾ। ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਬਾਰਾ। ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ। ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਿਆਰੀ ਸਵਾਰੀ ਸਾਸ। ਵਡਭਾਗੇ ਜਿਨ੍ਹਾਂ ਨੇ ਆਪ ਗੁਰੂ ਨਾਨਕ ਜੀ ਦੇ ਪਾਕ ਪਵਿੱਤਰ ਸ਼ਬਦਾਂ ਦੀ ਵਿਚਾਰ ਸੁਣੀ। ਕੜਾਹ ਪ੍ਰਸ਼ਾਦ ਜੀ ਦੇ
सतगुरु के लंगर छकने, जितने कदम ही आप जी चले गुरु साहब जी थाए पान। आओ हजूर दी हजूरी रागी जचे पासों रस पन्ना कीर्तन सुनिए। वाहिगुरु जी का खालसा वाहिगुरू जी की शरणाई